हाँ जी बेटे, नैक्सट टॉपिक जो आप शुरू करन लगे वो तुहाडे कोल हैगा न्यूटन लॉ एंड इट्स एक्सप्लेनेशन। ठीक है, कल लास्ट आप इंपल्स वाला टॉपिक कीता सीगा। अगला टॉपिक तुहाडे कोल इस चैप्टर च जिहड़ा आना वो हैगा न्यूटन्स लॉ दा। ठीक है, ते एक चीज बोलन लगे उन्हें दिमाग च रख लियो। एक टॉपिक आ नाम हैगा ओदा सेकंड लॉ इज द रियल लॉ ऑफ मोशन। अगे भी गल कीती सी मैं तुहाडे नाल। सेकंड लॉ इज द रियल लॉ ऑफ मोशन, कहना जी इहनूं प्रूव करो की मतलब है। ਅਸੀਂ ਕਹਿੰਦੇ second law is the real law that always mean कि with the help of second law we can derive Newton first law as well as Newton third law। यानी first law second law ਦੀ help ਨਾਲ ਤੁਸੀਂ first ਤੇ third ਦੋਨੋਂ law derive ਕਰ ਸਕਦੇ ਹੋ। ਤੇ ਪੁੱਤ ਆ ਜਿਹੜਾ ਆਪਾਂ ਕਰਨ ਲੱਗੇ ਟੌਪਿਕ ਇਹ ਚ third law ਦੀ ਹੀ ਡੈਰੀਵੇਸ਼ਨ ਆ second law ਦੀ help ਨਾਲ। यानी ਜੇ ਮੈਨੂੰ ਪੇਪਰ ਦੇ ਅੰਦਰ ਇਹ ਕੁਐਸਚਨ ਆ ਜਾਂਦਾ ਕਿ second law is the real law prove ਕਰੋ ਤੇ ਪਿੱਛੇ ਆਪਾਂ ਟੌਪਿਕ ਕੀਤਾ ਸੀਗਾ ਕਨਸੀਕੁਐਂਸਸ ਆਫ ਨਿਊਟਨ ਸੈਕੰਡ ਲਾਅ ਦੇ ਅੰਦਰ। ਉਹ ਚ ਫਸਟ ਕਨਸੀਕੁਐਂਸਸ ਦੇ ਅੰਦਰ ਅਸੀਂ ਐਸ ਸੱਚ F ਇਕੁਅਲ ਟੂ ma ਤੋਂ v ਇਕੁਅਲ ਟੂ u ਪ੍ਰੂਵ ਕੀਤਾ ਸੀਗਾ। ਤੇ ਉਹ ਚ ਅਸੀਂ ਵਰਡ ਯੂਜ਼ ਕੀਤੇ ਸੀਗੇ ਕਿ ਜੇਕਰ ਐਸ ਸੱਚ ਨਿਊਟਨ ਫਸਟ ਲਾਅ ਡਰਾਈਵ ਕਰਨਾ ਤਾਂ ਅਸੀਂ F ਇਕੁਅਲ ਟੂ ma ਵਾਲੇ ਰਿਲੇਸ਼ਨ ਤੋਂ ਨੂੰ ਯਾਨੀ ਸੈਕੰਡ ਲਾਅ ਤੋਂ ਉਹਨੂੰ ਡਰਾਈਵ ਕਰ ਦਿੰਦੇ ਹਾਂ। ਇਹਦੇ ਨਾਲ ਜੇ ਸੈਕੰਡ ਲਾਅ ਇਜ਼ ਦਾ ਰੀਅਲ ਲਾਅ ਆ ਜੇ ਉਹ ਚ ਤੁਸੀਂ ਫਸਟ ਲਾਅ ਵੀ ਡਰਾਈਵ ਕਰਕੇ ਦਿਖਾ ਦੇਣਾ ਤੇ ਉਹਦੇ ਚ ਥਰਡ ਲਾਅ ਵੀ ਡਰਾਈਵ ਕਰਕੇ ਦਿਖਾਣਾ। ਆ ਜਿਹੜੀ ਥਰਡ ਲਾਅ ਦੀ ਡੈਰੀਵੇਸ਼ਨ ਕਰਨ ਲੱਗਾ ਇਹ ਐਸ ਸੱਚ ਕਰ ਦੂੰਗੇ। ਠੀਕ ਹੈ, ਭਾਵੇਂ ਕੱਲਾ ਥਰਡ ਲਾਅ ਆ ਜਾਵੇ। ਮੰਨ ਲਓ ਮਤਲਬ ਕੁਐਸਚਨ ਇਹ ਹੈਗਾ ਸਟੇਟ ਐਂਡ ਪ੍ਰੂਵ ਨਿਊਟਨ ਥਰਡ ਲਾਅ, ਤਾਂ ਵੀ ਇਹੀ ਟੌਪਿਕ ਬਣਨਾ। ਸੈਕੰਡ ਲਾਅ ਇਜ਼ ਦਾ ਰੀਅਲ ਲਾਅ ਆਫ ਮੋਸ਼ਨ ਆ ਜੇ ਤਾਂ ਵੀ ਇਹੀ ਟੌਪਿਕ ਬਣਨਾ। ਇੰਨੀ ਗੱਲ ਸਮਝ ਲੱਗੀ ਪਹਿਲਾਂ? यस सर। ठीक है, फिर न्यूटन थर्ड लॉ तो शुरू कर रहे हैं। हाँ जी, न्यूटन थर्ड लॉ ऑफ मोशन जे स्टेटमेंट वाइज चलिए बेटा तो आप डिफाइन नहीं करते हैं कहना जी अकॉर्डिंग टू द थर्ड लॉ एक्शन एंड रिएक्शंस आर ऑलवेज इक्वल एंड ऑपोजिट। एक्शन एंड रिएक्शंस आर ऑलवेज इक्वल एंड ऑपोजिट but these two always act on two different body। ਜਿਹੜੀ ਮੇਨ ਨੋਟਿਸ ਕਰਨ ਵਾਲੀ ਗੱਲ ਆ ਉਹ ਇਹ ਹੋਏਗੀ ਕਿ ਐਕਸ਼ਨ ਤੇ ਰਿਐਕਸ਼ਨ ਦੋਨੋਂ ਦੇ ਦੋਨੋਂ ਸੇਮ ਆਬਜੈਕਟ ਤੇ ਨਹੀਂ ਹੁੰਦੇ। ਠੀਕ ਹੈ, ਜੇ ਐਸੇ ਤੁਹਾਡੇ ਕੋਲ ਆਪਾਂ ਐਗਜ਼ਾਮਪਲ ਕਈ ਵਾਰੀ ਦਿੱਤੀ ਹੈ ਕਿ ਜੇ ਚੌਕ ਬਾਕਸ ਮੇਰੇ ਹੱਥ ਤੇ ਪਿਆ ਵਾ ਤੇ ਇਹਦਾ ਜਿਹੜਾ weight ਹੋਏਗਾ weight ਵਾਲੀ ਫੋਰਸ ਜਿਹੜੀ ਉਹ ਹੱਥ ਤੇ ਲੱਗਦੀ ਪਈ ਤੇ ਹੱਥ ਨੇ ਇਨ ਟਰਨ ਜਿਹੜੀ ਆ ਐਸਐਚ ਫੋਰਸ ਜਿਹੜੀ ਉਹ ਚੌਕ ਬਾਕਸ ਤੇ ਲਗਾਈ। ठीक है, ਜਿਹੜੀ ਇਹਨੇ ਫੋਰਸ ਲਗਾਈ ਹੱਥ ਦੇ ਉੱਤੇ ਉਹਨੂੰ ਨਾਮ ਜੇ ਐਕਸ਼ਨ ਦੇ ਦਈਏ ਤੇ ਹੱਥ ਨੇ ਜਿਹੜੀ ਬੈਕਵਰਡ ਫੋਰਸ ਇਸ ਚੌਕ ਬਾਕਸ ਤੇ ਲਗਾਈ ਉਹਨੂੰ ਰਿਐਕਸ਼ਨ ਕਹਿ ਦਿੰਦੇ। ਉਹ ਕਹਿੰਦਾ ਐਕਸ਼ਨ ਐਂਡ ਰਿਐਕਸ਼ਨ ਇਕੁਅਲ ਐਂਡ ਆਪੋਜ਼ਿਟ ਬਟ ਆਲਵੇਜ਼ ਐਕਟ ਔਨ ਦਾ ਟੂ ਡਿਫਰੈਂਟ ਬੋਡੀ। ਸੇਮ ਬੋਡੀ ਤੇ ਐਕਸ਼ਨ ਤੇ ਰਿਐਕਸ਼ਨ ਦੋਨੋਂ ਲਾਈ ਨਹੀਂ ਕਰਦੇ। ਠੀਕ ਹੈ, ਇਸ ਲਈ ਅਸੀਂ ਕਹਿੰਦੇ ਜੀ ਸਿਸਟਮ ਆਫ ਟੂ ਬੋਡੀ ਦੀ ਨੈਟ ਫੋਰਸ ਜਿਹੜੀ ਜ਼ੀਰੋ। मैथमेटिकली लिखा ते आ चीज इदा कह देना कि जे आ एक कोई बॉक्स मेरे को जेड़ा वा या कोई ऑब्जेक्ट जेड़ा कोई स्टेबल सरफेस ते पिया एदा जिन्ना वेट मेरे को डाउनवर्ड होएगा यानी इन्हें जिन्नी डाउनवर्ड फोर्स टेबल ते लगानी है। ठीक है, टेबल ने उन्नी ही रिएक्शनल फोर्स इस सरफेस ते लगानी। इथे एक लाइन समझण वाली है जेडी इहदे उत्ते फोर्स एक्ट करेगी। ठीक है, ਜਿਹੜੀ ਬਲੌਕ ਦੇ ਉੱਤੇ ਫੋਰਸ ਪੁੱਤ ਐਕਟ ਕਰੇਗੀ ਉਹ ਹਮੇਸ਼ਾ ਤੁਹਾਡੀ ਗਿਵਨ ਸਰਫੇਸ ਦੇ ਯਾਨੀ ਇਸ ਬਲੌਕ ਦੇ ਨਾਰਮਲ ਹੋਏਗੀ। ਅਸੀਂ ਇੱਕ ਵਰਡ ਬਾਰ-ਬਾਰ ਯੂਜ਼ ਕਰਦੇ ਨਾਰਮਲ ਰਿਐਕਸ਼ਨ। ਨਾਰਮਲ ਰਿਐਕਸ਼ਨ ਦਾ ਮਤਲਬ ਇਹ ਹੋਏਗਾ ਕਿ ਜਿਹੜੀ ਰਿਐਕਸ਼ਨਲ ਫੋਰਸ ਆ ਉਹ ਗਿਵਨ ਸਰਫੇਸ ਦੇ ਹਮੇਸ਼ਾ ਪਰਪੈਂਡੀਕੂਲਰ ਲੱਗਦੀ ਹੈ। ਇਸ ਲਈ ਆ ਸਰਫੇਸ ਜਿਹੜੀ ਆ ਇਹ ਇਸ ਹੌਰੀਜ਼ੌਂਟਲ ਸਰਫੇਸ ਦੇ ਪੈਰਲਲ ਆ। इसलिए ਇਹਦੇ ਜਿਹੜੀ ਐਸਐਚ ਪਰਪੈਂਡੀਕੂਲਰ ਫੋਰਸ ਲੱਗਣੀ ਆ ਹਨਾ ਇਸ ਸਰਫੇਸ ਦੇ ਜਿਹੜੀ ਪਰਪੈਂਡੀਕੂਲਰ ਫੋਰਸ ਲੱਗਣੀ ਉਹ ਆ ਸਟ੍ਰੇਟ ਲਾਈਨ ਨਾਲ ਸ਼ੋ ਆਫ ਕਰ ਲਿਆ। ਇਹਦਾ ਮਤਲਬ ਆ ਐਸਐਚ ਐਫ ਫੋਰਸ ਜਿਹੜੀ ਆ ਉਹ weight ਦੇ ਇਕੁਅਲ ਐਂਡ ਆਪੋਜ਼ਿਟ ਆ। ਕੀ ਇੰਨੀ ਗੱਲ ਕਲੀਅਰ? यस सर। यस सर। यस सर। ਠੀਕ ਆ, ਹੁਣ ਇਹਦੀ ਜਗ੍ਹਾ ਤੇ ਮੈਂ ਰਿਐਕਸ਼ਨ ਦੀ ਗੱਲ ਹੀ ਹਜੇ ਤੁਹਾਡੇ ਨਾਲ ਹੋਰ ਕਰਾਂਗਾ। ਜੇ ਹੁਣ ਮੰਨ ਲਓ ਉਹ ਕਹਿੰਦਾ ਜੀ ਐਸ ਸੱਚ ਤੁਹਾਡੇ ਕੋਲ ਕੋਈ ਆ ਇੱਕ ਕੋਨਿਕਲ ਮੇਰੇ ਕੋਲ ਆਬਜੈਕਟ ਹੈਗਾ ਇਹਦੇ ਵਿੱਚ ਇੱਕ ਬਾਲ ਪਈ ਹੈ ਇਹਦੇ ਵਿੱਚ ਇੱਕ ਬਾਲ ਪਈ ਹੈ
है ना। ते हुण जे मैं एज सच इहदे विच एक्शन रिएक्शन दिखाने होण, इस बॉल का जिहड़ा वेट होएगा दैट ऑलवेज एक्टिंग वर्टिकली डाउनवर्ड, यानी आ मेरे को वर्टिकल डाउनवर्ड डायरेक्शन च दा वेट लाई करेगा, यानी W इक्वल टू mg वाली फोर्स डाउनवर्ड आ गई। ते जिहड़ी रिएक्शनल फोर्स आ वो ਅਸੀਂ ਇਹ ਨਹੀਂ ਕਹਿ ਦਿੰਦੇ कि भी ਇਹਦੇ ਐਸ ਸੱਚ opposite दिखा दो। रिएक्शनल फोर्स हमेशा ਜਿਹੜੇ पॉइंट ਤੇ ਦੋਨਾਂ बॉडी ਦਾ कांटेक्ट आ, ਜਿਹੜੇ पॉइंट ਤੇ ਦੋਨਾਂ बॉडी ਦਾ कांटेक्ट आ, हमेशा रिएक्शनल फोर्स उस पॉइंट ਤੇ ਸ਼ੋ ਹੁੰਦੀ ਹੈ। ਜਿੱਦਾਂ ਇਸ बॉडी ਦਾ है ना, इस बॉडी ਦਾ ਆ ਪੂਰੀ ਸਰਫੇਸ ਦਾ ਐਸ ਸੱਚ कांटेक्ट ਸਟੇਬਲ ਨਾ ਸੀਗਾ, ਤੇ ਉਹਦੇ ਅਕੋਰਡਿੰਗਲੀ ਰਿਐਕਸ਼ਨਲ ਫੋਰਸ ਆ ਸਰਫੇਸ ਦੇ ਹਰ ਪੁਆਇੰਟ ਦੇ ਪਰਪੈਂਡੀਕੂਲਰ ਆਈ। ਇਹਦੀ ਇੱਥੇ ਜਿਹੜਾ ਕੰਟੈਕਟ ਆ ਉਹ ਆ ਦੋ ਪੁਆਇੰਟਸ ਤੇ ਆ ਬੇਟਾ, ਤੇ ਜਿਹੜੇ ਆ ਦੋ ਪੁਆਇੰਟ ਤੇ ਕੰਟੈਕਟ ਹੋਏਗਾ ਤੇ ਰਿਐਕਸ਼ਨਲ ਫੋਰਸ ਇਹਨਾਂ ਪੁਆਇੰਟਸ ਦੇ ਪਰਪੈਂਡੀਕੂਲਰ ਹੋਏਗੀ। ਆ ਗੱਲ ਸਮਝ ਲੱਗੀ ਜੋ ਦੱਸਦਾ ਪਿਆ? Yes, sir. Yes, sir. ਜਿੰਨੀ ਥਾਵਾਂ ਤੇ ਬੋਡੀ ਕੰਟੈਕਟ ਆਣਗੀ ਨਾ, ਜਿੰਨੀ ਥਾਵਾਂ ਤੇ ਬੋਡੀ ਕੰਟੈਕਟ ਆਏਗੀ उन्नी थावां ते रिएक्शनल फोर्स दिखाई जाएगी। हुण आ जिहड़ी रिएक्शनल फोर्स R1 ते R2 आपां दिखाने पे, ठीक है, जिहड़ी आ दो रिएक्शनल फोर्सेस दिखाना पे, जे इन्हां रिएक्शनल फोर्सेस नूं मैं रिजोल्व कर लवां, ठीक है, जिहड़ी आपां जे इहनूं इदां दिखा दिंदे कि भी आ मान लो फिगर आ, ठीक है जी, इत्थे आपां बॉडी दा वेट दिखा दिंदे आ ਤੇ ਰਿਐਕਸ਼ਨਲ ਫੋਰਸ ਜਿਹੜੀ ਇਸ ਥਾਂ ਤੇ ਜੇ ਮੈਂ ਸ਼ੋ ਆਫ ਕਰਦਾ ਪਿਆ, ਠੀਕ ਹੈ, R1 ਤੇ R2 ਮੇਰੀ ਦੋ ਰਿਐਕਸ਼ਨਲ ਫੋਰਸਸ ਆ ਗਈਆਂ। ਉਹ ਕਹਿੰਦਾ ਜਦੋਂ ਐਸ ਸੱਚ ਅਸੀਂ ਕਹਿੰਦੇ ਕਿ ਵੀ ਆ ਜਿਹੜੀ ਡਾਊਨਵਰਡ ਤੇ ਅਪਵਰਡ ਫੋਰਸਸ ਆਈਆਂ ਹਨਾ, ਇਹਨਾਂ ਨੂੰ ਹੁਣ ਬੈਲੈਂਸਿੰਗ ਇਹਦੀ ਦਿਖਾਉਣ ਵਾਸਤੇ R1 ਤੇ R2 ਦੋਨਾਂ ਨੂੰ ਰਿਜ਼ੋਲਵ ਕਰ ਦਿਓ, ਸਪਲਿਟ ਕਰ ਦਿਓ। R1 ਨੂੰ ਰਿਜ਼ੋਲਵ ਕਰਾਂ, ਇਹਨਾਂ ਦਾ ਇੱਕ ਕੰਪੋਨੈਂਟ ਹੌਰੀਜ਼ੌਂਟਲ ਡਾਇਰੈਕਸ਼ਨ ਚ ਆਜੂ, ਇਹਦਾ ਇੱਕ ਕੰਪੋਨੈਂਟ ਵਰਟੀਕਲ ਚ ਆਜੂ। In the similar way इस पॉइंट ते भी एक कंपोनेंट हॉरिजॉन्टल ते एक कंपोनेंट वर्टिकल आ जाए। हुण दोनों पॉइंट ऑफ कांटेक्ट ते रिएक्शनल फोर्स सेम आनी है, यानी स्ट्रेंथ वाइज सेम होएगी। इसलिए R1 ते R2 दे जिहड़े हॉरिजॉन्टल कंपोनेंट आ वो इक्वल ते ओपोजिट होण करके एक दूजे नाल कैंसल हो जाने, ते जिहड़ी आ अपवर्ड फोर्सेस ने ये सेम डायरेक्शन च होण करके ऐड कर जाएगी, ਤੇ ਓਵਰਆਲ ਐਡ ਕਰਕੇ ਜਿਹੜੀ ਟੋਟਲ ਫੋਰਸ ਅਪਵਰਡ ਡਾਇਰੈਕਸ਼ਨ 'ਚ ਬਣੇਗੀ ਉਹ ਇਸ ਬਾਡੀ ਦੇ weight ਨੂੰ ਕਹਿੰਦਾ ਜੀ ਬੈਲੈਂਸ ਕਰੇਗੀ। ਕਿ ਇੰਨੀ ਗੱਲ ਸਮਝ ਲੱਗੀ? Yes, sir. Yes, sir. ਸਾਰਿਆਂ ਨੂੰ Yes, sir. ਦੱਸਦਾ ਪਿਆ? Yes, sir. Yes, Yes, sir. sir. Yes, sir. चल फिर से समझा दो, हाँ बेटे, फिर से समझा दो सर। ਉਹ ਤਾਂ ਮੈਂ ਇਹ ਕਿਹਾ ਬੇਟਾ ਕਿ ਵੀ ਜਦੋਂ ਵੀ ਅਸੀਂ ਐਸ ਸੱਚ ਐਕਸ਼ਨ ਤੇ ਰਿਐਕਸ਼ਨ ਦਿਖਾਣੇ ਨਾ, ਉਹ ਕਹਿੰਦਾ ਵੀ ਐਕਸ਼ਨ ਰਿਐਕਸ਼ਨ ਨੂੰ ਸ਼ੋ ਕਰਨ ਦਾ ਮੈਥਡ ਕੀ ਆ। ਕਿਆ ਹਰ ਵੇਲੇ ਅਸੀਂ ਇਹ ਲਾਈਨ ਇਦਾਂ ਕਹੀਏ ਕਿ ਵੀ ਐਕਸ਼ਨ ਤੇ ਰਿਐਕਸ਼ਨ ਆਰ ਆਲਵੇਜ਼ ਇਕੁਅਲ ਐਂਡ ਆਪੋਜ਼ਿਟ? ਉਹ ਕਹਿੰਦਾ ਜੀ ਯੈਸ ਹੁੰਦੀ ਆ, ਪਰ ਇਹਨੂੰ ਤੁਸੀਂ ਜਸਟੀਫਾਈ ਕਿੱਦਾਂ ਕਰੋਗੇ? ਠੀਕ ਹੈ, ਮੈਥਮੈਟਿਕਲੀ ਆਪਾਂ ਇਹਦਾ ਪ੍ਰੂਫ ਨਹੀਂ ਲਵਾਂਗੇ, ਆਪਾਂ ਇਹ ਸ਼ੋ ਕੀਤਾ ਕਿ ਵੀ ਕਿਸੇ ਵੀ ਬਾਡੀ ਤੇ ਜਿਹੜੀ ਰਿਐਕਸ਼ਨਲ ਫੋਰਸ ਆ ਹਨਾ ਉਹ ਕਿੱਧਰ ਨੂੰ ਦਿਖਾਈ ਦੀ ਆ। ਤੇ ਰਿਐਕਸ਼ਨਲ ਫੋਰਸ ਨੂੰ ਅਸੀਂ ਪ੍ਰੋਪਰ ਨਾਮ ਦਈਏ, ਅਸੀਂ ਕਹਿੰਦੇ ਨਾਰਮਲ ਰਿਐਕਸ਼ਨ। ਉਹ ਕਹਿੰਦਾ ਉਹ ਚ ਨਾਰਮਲ ਵਰਡ ਕੀ ਆ, ਅਸੀਂ ਕਹਿੰਦੇ ਪਰਪੈਂਡੀਕੂਲਰ ਰਿਐਕਸ਼ਨ ਜਦੋਂ ਸ਼ੋ ਹੋਏਗੀ ਤੁਹਾਡੀ ਗਿਵਨ ਸਰਫੇਸ ਦੇ ਹਮੇਸ਼ਾ ਪਰਪੈਂਡੀਕੂਲਰ ਹੋਏਗੀ। ਉਹਦੇ ਲਈ ਮੈਂ ਇੱਥੇ ਆ ਵਰਡ ਬੋਲਿਆ ਕਿ ਜੇ ਆ ਮੇਰੇ ਕੋਲ ਐਸ ਟੇਬਲ ਗਿਵਨ ਆ, ਇਸ ਟੇਬਲ ਦੇ ਉੱਤੇ ਜੇ ਆ ਮੇਰੇ ਕੋਲ ਕੋਈ ਬੁੱਕ ਪਈ ਆ, ਇਸ ਬੁੱਕ ਦਾ ਜਿੰਨਾ weight ਡਾਊਨਵਰਡ ਲਾਈ ਕਰਦਾ ਇਹਦੇ ਅਗੇਂਸਟ ਜਿਹੜੀ ਰਿਐਕਸ਼ਨਲ ਫੋਰਸ ਆਣੀ ਉਹ ਇਹਨਾਂ ਸਾਰੇ ਪੁਆਇੰਟ ਦੇ ਪਰਪੈਂਡੀਕੂਲਰ ਆਣੀ, ਜਿਹੜੀ ਇਹਨਾਂ ਸਾਰੇ ਪੁਆਇੰਟ ਤੇ ਇੱਥੇ ਰਿਐਕਸ਼ਨਲ ਫੋਰਸ ਜਿਹੜੀ ਨਾ ਉਹ ਪਰਪੈਂਡੀਕੂਲਰ ਆ। ਅਸੀਂ ਇਹ ਸਾਰੇ ਕੰਬਾਈਨ ਕਰਕੇ ਟੋਟਲ ਰਿਐਕਸ਼ਨਲ ਫੋਰਸ F ਮੰਨ ਲਈ। ਕਲੀਅਰ ਇੰਨੀ ਗੱਲ? Yes, Yes. sir. ਇੱਥੇ ਆਪਾਂ ਕੀ ਕਿਹਾ ਕਿ ਵੀ ਜੇ ਮੰਨ ਲਓ ਹੁਣ ਆ ਮੇਰੇ ਕੋਲ ਇੱਕ ਕੋਈ ਬਾਲ ਆ, ਠੀਕ ਹੈ, ਤੇ ਬਾਲ ਮੇਰੇ ਕੋਲ ਇਸ ਕਹਿੰਦਾ ਜੀ ਐਸੇ ਕੋਨਿਕਲ ਸ਼ੇਪ ਦੇ ਆਬਜੈਕਟ ਚ ਪਈ ਆ, ਅਸੀਂ ਕਹਿੰਦੇ ਇਹਦਾ weight ਡਾਊਨਵਰਡ ਹੋਏਗਾ, ਠੀਕ ਹੈ, ਤੇ ਜਿਹੜੀ ਐਸ ਸੱਚ ਇਹਨੇ ਫੋਰਸ ਬਾਲ ਨੇ ਐਸ ਸੱਚ ਇਸ ਕਹਿੰਦਾ ਜੀ ਆ ਕੋਨਿਕਲ ਸ਼ੇਪ ਤੇ ਲਗਾਈ ਉਹ ਡਾਊਨਵਰਡ ਲੱਗੀ, ਤੇ ਜਿਹੜੀ ਫੋਰਸ ਇਸ ਕੋਨਿਕਲ ਸ਼ੇਪ ਨੇ, ਠੀਕ ਹੈ, ਤੁਹਾਡੇ ਕੋਲ ਇਸ ਬਾਲ ਤੇ ਲਾਣੀ ਆ, ਉਹ ਫੋਰਸ ਮੇਰੇ ਕੋਲ ਹਮੇਸ਼ਾ ਤੁਹਾਡੇ ਗਿਵਨ ਸਰਫੇਸ ਦੇ ਨਾਰਮਲ ਦਿਖਾਣੀ ਹੈ। ਔਰ ਦੂਜਾ ਹਮੇਸ਼ਾ ਉਹ ਫੋਰਸ ਜਿਹੜੀ ਪੁਆਇੰਟ ਆਫ ਕੰਟੈਕਟ ਤੇ ਹੁੰਦੀ ਹੈ, ਜਿੱਥੇ ਜਿੱਥੇ ਦੋ ਬਾਡੀ ਦਾ ਕੰਟੈਕਟ ਹੋਵੇ
ਉੱਥੇ ਰਿਐਕਸ਼ਨਲ ਫੋਰਸ ਹੁੰਦੀ ਹੈ। ਇਸ ਲਈ ਆ ਥਾਂ ਤੇ ਜੇ ਬਾਡੀ ਦਾ ਕੰਟੈਕਟ ਹੈਗਾ ਇਹਨਾਂ ਥਾਵਾਂ ਤੇ ਜਿਹੜੀ ਤੁਹਾਡੀ ਰਿਐਕਸ਼ਨਲ ਫੋਰਸ ਆ ਉਹ ਇਹਨਾਂ ਪੁਆਇੰਟ ਤੇ ਪਰਪੈਂਡੀਕੂਲਰ ਆਣੀ। ਇਸ ਲਈ R1 ਤੇ R2 ਇਹ ਮੇਰੀਆਂ ਇਹਨਾਂ ਦੋ ਪੁਆਇੰਟ ਤੇ ਰਿਐਕਸ਼ਨਲ ਫੋਰਸਸ ਨੇ। ਇੰਨੀ ਗੱਲ ਸਮਝ ਲੱਗੀ ਪਹਿਲਾਂ? Yes, sir. Yes, sir. ਹੁਣ R1 ਨੂੰ ਤੇ R2 ਨੂੰ ਜਿਹੜੇ ਆਪਾਂ ਆ ਚੀਜ਼ ਪੜ੍ਹੀ ਹੈ ਕਿ ਜੇ ਕੋਈ ਇੱਕ ਵੈਕਟਰ ਦਿੱਤਾ ਤੁਸੀਂ ਇਹਨੂੰ ਸਪਲਿਟ ਕਰ ਦਿਓ, ਇਹਦੇ ਆ ਦੋ ਕੰਪੋਨੈਂਟ ਆ ਗਏ। ਸਿਮਿਲਰਲੀ ਜਿਹੜੀ R2 ਹੈਗੀ ਆ ਜੇ ਉਹ ਇਸ ਡਾਇਰੈਕਸ਼ਨ ਚ ਆ ਇਹਨੂੰ ਵੀ ਸਪਲਿਟ ਕਰ ਦਿਓ, ਇਹਦੇ ਵੀ ਦੋ ਕੰਪੋਨੈਂਟ ਆ ਗਏ। ਉਹ ਕਹਿੰਦਾ ਦੋਨਾਂ ਦੇ ਜਿਹੜੇ ਹੌਰੀਜ਼ੌਨਟਲ ਕੰਪੋਨੈਂਟ ਹੈ ਕਿਉਂਕਿ ਰਿਐਕਸ਼ਨ ਦੀ ਫੋਰਸ ਜਿਹੜੀ ਆ ਉਹ ਸੇਮ ਸਟਰੈਂਥ ਦੀ ਹੈ ਦੋਨਾਂ ਪੁਆਇੰਟ ਤੇ। ਇਸ ਲਈ R1 ਤੇ R2 ਦੇ ਜਿਹੜੇ ਹੌਰੀਜ਼ੌਨਟਲ ਕੰਪੋਨੈਂਟ ਆ ਇਹ ਇਕੁਅਲ ਤੇ ਆਪੋਜ਼ਿਟ ਹੋਣ ਕਰਕੇ ਇੱਕ ਦੂਜੇ ਨਾਲ ਕੈਨਸਲ ਹੋ ਜੂਗੇ। Yes, sir. Yes, sir. ਤੇ ਜਿਹੜੇ ਦੋਨਾਂ ਦੇ ਵਰਟੀਕਲ ਕੰਪੋਨੈਂਟ ਆ ਹਨਾ ਉਹ ਸੇਮ ਡਾਇਰੈਕਸ਼ਨ ਚ ਹੋਣ ਕਰਕੇ ਕਹਿੰਦਾ ਜੀ ਐਡ ਹੋ ਜਾਣੇ। ਇਹਦਾ ਮਤਲਬ ਹੈ ਇਹਨਾਂ ਨੂੰ ਐਡ ਕਰਕੇ ਜਿੰਨੀ ਟੋਟਲ ਅਪਵਰਡ ਫੋਰਸ ਹੋਏਗੀ, ਠੀਕ ਆ, ਉਹ ਇਸ ਬਾਲ ਨੂੰ ਅਪਵਰਡ ਪੁੱਲ ਕਰੇਗੀ। ਤੇ ਜੇ ਇਹਦਾ ਮਤਲਬ ਇਹ ਹੋਇਆ ਜਿੰਨੀ ਟੋਟਲ ਅਪਵਰਡ ਪੁੱਲ ਵਾ ਹਨਾ, ਜੇ ਉਹ ਇਸ ਬਾਲ ਨੂੰ ਉੱਪਰ ਨਹੀਂ ਚੁੱਕ ਪਾ ਰਹੀ ਤੇ ਇਹਦਾ ਮਤਲਬ ਜਿੰਨਾ ਇਸ ਬਾਲ ਦਾ weight ਥੱਲੇ ਨੂੰ ਆ ਤੇ ਜਿਹੜੀ ਆ ਰਿਐਕਸ਼ਨਲ ਫੋਰਸਸ ਆਈਆਂ ਉਹ ਆਪਸ ਦੇ ਵਿੱਚ ਇਕੁਅਲ ਤੇ ਆਪੋਜ਼ਿਟ ਆ। ਜੇ ਆ weight ਵਾਲੀ ਫੋਰਸ ਜ਼ਿਆਦਾ ਹੁੰਦੀ, ਉੱਪਰ ਵਾਲੀ ਫੋਰਸ ਘੱਟ ਹੁੰਦੀ ਤੇ ਇਹ ਬਾਲ ਅੰਦਰ ਨੂੰ ਵੜਦੀ ਜਾਂਦੀ। ਤੇ ਜੇ ਮੇਰੇ ਕੋਲ ਅਪਵਰਡ ਫੋਰਸ ਜ਼ਿਆਦਾ ਹੁੰਦੀ ਇਹਦੇ ਨਾਲੋਂ ਫਿਰ ਇਹ ਬਾਲ ਬਾਹਰ ਨੂੰ ਨਿਕਲਣ ਦੀ ਕੋਸ਼ਿਸ਼ ਕਰਦੀ। ਪਰ ਜੇ ਇਹ ਬਾਲ ਇੱਥੇ ਮੇਰੇ ਕੋਲ ਸਟੇਬਲ ਸਟੇਟ 'ਚ ਪਈ ਆ ਤੇ ਇਹਦਾ ਮਤਲਬ ਟੋਟਲ ਅਪਵਰਡ ਤੇ ਟੋਟਲ ਡਾਊਨਵਰਡ ਫੋਰਸਸ ਜਿਹੜੀਆਂ ਨੇ ਉਹ ਇੱਕ ਦੂਜੇ ਨਾਲ ਬੈਲੈਂਸ ਹੋਣਗੀਆਂ। Yes, sir. Yes, sir. ਅਸੀਂ ਇੱਥੇ ਵਰਡ ਯੂਜ਼ ਕਰਦੇ ਆ ਕਿ ਵੀ ਐਕਸ਼ਨ ਐਂਡ ਰਿਐਕਸ਼ਨ ਆਰ ਆਲਵੇਜ਼ ਇਕੁਅਲ ਐਂਡ ਆਪੋਜ਼ਿਟ। ਕਲੀਅਰ ਇੰਨੀ ਗੱਲ? Yes, sir. ਚਲੋ ਹੁਣ ਇਸ ਚੀਜ਼ ਨੂੰ ਕੰਟੀਨਿਊ ਕਰਾਂਗੇ ਜੇ ਆਪਾਂ, ਠੀਕ ਹੈ, ਇਹਦਾ ਪ੍ਰੂਫ ਦੇਣਾ ਹੁਣ ਆਪਾਂ, ਠੀਕ ਹੈ। ਉਹਦੇ ਲਈ ਆਪਾਂ ਐਸਐਚਆਰ ਲੈਣ ਲੱਗੇ ਇਸ ਪੋਰਸ਼ਨ ਦੇ ਅੰਦਰ ਕਿ ਲੈਟ ਵੀ ਸੇ ਕਿ ਵੀ ਹੈਵ ਦ ਟੂ ਬਾਲਸ, let me say that we have the two balls which are moving with certain velocity. It means both the ball they will have some momentum. ਅਸੀਂ ਕਹਿੰਦੇ ਜੀ ਆਹ ਬਾਲ ਮੂਵ ਕਰਦੀ ਪਈ ਸੀਗੀ ਤੇ ਜਦੋਂ ਕਿਸੇ ਪੁਆਇੰਟ ਤੇ ਇਹ ਦੋ ਬਾਲ ਕੋਲਾਈਡ ਕੀਤੀਆਂ, ਜਦੋਂ ਇਹ ਦੋ ਬਾਲ ਕੋਲਾਈਡ ਕੀਤੀਆਂ ਤੇ A ਬਾਲ ਨੇ B ਬਾਲ ਦੇ ਉੱਪਰ ਜਿਹੜੀ ਫੋਰਸ ਲਗਾਈ ਹੈ, ਫੋਰਸ ਅਪਲਾਈਡ ਬਾਈ A on B, ਗੱਲ ਸਮਝ ਲੱਗ ਗਈ ਬੇਟਾ? Yes, sir. Yes, sir. ਠੀਕ, ਅਸੀਂ ਕਹਿੰਦੇ ਜਦੋਂ ਇਹ ਬਾਲ ਕੋਲਾਈਡ ਕਰਨੀ ਆ, ਜਦੋਂ ਇਹ ਬਾਲ ਦੀ ਕੋਲੀਜ਼ਨ ਹੋਏਗੀ, both ball will apply force on one another. ਤੇ ਨਿਊਟਨ ਥਰਡ ਲਾਅ ਕਹਿੰਦਾ ਕਿ ਵੀ FAB it should be equal to minus of FB। ਮਤਲਬ ਹੈ ਕਿ ਜਿਹੜੀ ਫੋਰਸ A ਆਬਜੈਕਟ ਨੇ ਫੋਰਸ on A by B, FAB ਦਾ ਨਾਮ ਹੋਏਗਾ ਫੋਰਸ on A by B and FBA ਆ ਗਿਆ ਫੋਰਸ on B by A। ਉਹ ਕਹਿੰਦਾ ਜੇ ਦੋਨੋਂ ਫੋਰਸਸ ਆਪਸ ਚ ਇਕੁਅਲ ਐਂਡ ਆਪੋਜ਼ਿਟ ਆ, ਯਾਨੀ ਇਹਨਾਂ ਦੋਨਾਂ ਦੀ ਮਿਲਾ ਕੇ ਟੋਟਲ ਫੋਰਸ ਜਿਹੜੀ ਆ ਉਹ ਜ਼ੀਰੋ ਆ। ਸੋ ਜਿੰਨੀ ਇਹਨੇ B ਤੇ ਲਗਾਈ ਉਨੀ ਹੀ B ਨੇ A ਤੇ ਫੋਰਸ ਲਗਾਈ, ਇਸ ਲਈ ਇਹ ਦੋਨੋਂ ਆਪਸ ਇਕੁਅਲ ਐਂਡ ਆਪੋਜ਼ਿਟ ਆ। ਕਿਆ ਇੰਨੀ ਗੱਲ ਕਲੀਅਰ? Yes, sir. Sir. ਚਲੋ Yes, sir. ਹੁਣ ਇਹਦਾ ਪ੍ਰੂਫ ਕਰਨਾ ਆਪਾਂ, ਉਹਦੇ ਲਈ ਕੁਝ ਪਹਿਲਾਂ ਦੱਸਣ ਲੱਗਿਆ, ਦਿਮਾਗ 'ਚ ਰੱਖ ਲਿਓ ਗੱਲ ਨੂੰ। ਉਹਦੇ ਆਪਾਂ ਐਸ ਸੱਚ ਤਿੰਨ ਵਰਡ ਲਵਾਂਗੇ। ਇੱਕ ਹੋਏਗਾ ਨਿਊਟਨ ਸੈਕੰਡ ਲਾਅ, ਇੱਕ ਵਰਡ ਹੋਏਗਾ ਪ੍ਰਿੰਸੀਪਲ ਆਫ ਕਨਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ, ਠੀਕ ਆ, ਦੋ, ਤੇ ਤੀਜਾ ਹੋਏਗਾ ਨਿਊਟਨ ਥਰਡ ਲਾਅ। ਜਦੋਂ ਮੈਂ ਨਿਊਟਨ ਥਰਡ ਲਾਅ ਦਾ ਪ੍ਰੂਫ ਲੈਣਾ ਤੇ ਮੈਂ ਕਨਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਤੇ ਨਿਊਟਨ ਸੈਕੰਡ ਲਾਅ ਇਹ ਦੋ ਚੀਜ਼ਾਂ ਨੂੰ ਯੂਜ਼ ਕਰਨਾ ਵਾ। ਤੇ ਜਦੋਂ ਮੈਂ ਐਸ ਸੱਚ ਪ੍ਰਿੰਸੀਪਲ ਆਫ ਕਨਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਪ੍ਰੂਫ ਕਰਦਾ ਵਾ ਤੇ ਮੈਂ ਨਿਊਟਨ ਸੈਕੰਡ ਤੇ ਨਿਊਟਨ ਥਰਡ ਲਾਅ ਇਹ ਦੋ ਯੂਜ਼ ਕਰਨੇ। ਗੱਲ ਪੱਲੇ ਬੈਠੀ ਜੋ ਦੱਸਿਆ ਮੈਂ? Yes, sir. ਠੀਕ ਹੈ। ਜਦੋਂ ਥਰਡ ਲਾਅ ਡਰਾਈਵ ਕਰਨਾ ਤੇ ਥਰਡ ਲਾਅ ਦੀ ਡੈਰੀਵੇਸ਼ਨ ਦੇ ਅੰਦਰ ਮੈਨੂੰ ਸੈਕੰਡ ਲਾਅ ਤੇ ਕਨਜ਼ਰਵੇਸ਼ਨ ਦਾ ਲਾਅ ਇਹ ਦੋਨੋਂ ਚਾਹੀਦੇ, ਤੇ ਜਦੋਂ ਕਨਜ਼ਰਵੇਸ਼ਨ ਦਾ ਲਾਅ ਪ੍ਰੂਵ ਕਰਨਾ ਫਿਰ ਸੈਕੰਡ ਤੇ ਥਰਡ ਲਾਅ ਦੋਨੋਂ ਚਾਹੀਦੇ। ਹੁਣ ਆਪਾਂ ਇਸ ਵੇਲੇ ਪ੍ਰੂਵ ਕਰਨ ਲੱਗੇ ਨਿਊਟਨ ਥਰਡ ਲਾਅ, ਤੇ ਆਪਾਂ ਜਿੱਥੋਂ ਸਟਾਰਟ ਲੈਣ ਲੱਗੇ ਆ ਉਹ ਟੌਪਿਕ ਮੇਰਾ ਹੈਗਾ ਪ੍ਰਿੰਸੀਪਲ ਆਫ ਕਨਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਇੱਕ ਵਾਰੀ ਉਹਦੀ ਸਟੇਟਮੈਂਟ ਦੱਸ ਰਿਹਾ। ਕਨਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਇਹ ਕਹਿੰਦਾ if no external force will act on a body,
ਆ ਦੋਨੋਂ ਦੇ ਦੋਨੋਂ ਫੋਰਸਿਸ ਜਿਹੜੀਆਂ ਨੇ ਇਹ ਇੰਟਰਨਲ ਨੇ, ਆਪਸ ਚ ਪੇਅਰ ਬਣ ਕੇ ਕੈਂਸਲ ਹੋ ਜਾਣੀਆਂ। ਜੇ ਮੈਂ ਸਿਸਟਮ ਦੇ ਉੱਤੇ ਕੋਈ ਐਕਸਟਰਨਲ ਫੋਰਸ ਅਪਲਾਈ ਨਾ ਕਰਾਂ ਤੇ ਬਾਡੀ ਦਾ ਮੋਮੈਂਟਮ ਜਿਹੜਾ ਉਹ ਕੰਜ਼ਰਵ ਹੁੰਦਾ। ਆਪਾਂ ਨਿਊਟਨ ਫਰਸਟ ਲਾਅ 'ਚ ਇੱਕ ਲਾਈਨ ਬੋਲੀ ਹੋਈ ਆ, ਅ ਬਾਡੀ ਰਿਮੇਨ ਟੂ ਬੀ ਇਨ ਦਾ ਸਟੇਟ ਆਫ ਯੂਨੀਫਾਰਮ ਮੋਸ਼ਨ। ਜਦੋਂ ਬਾਡੀ ਮੇਰੀ ਯੂਨੀਫਾਰਮ ਮੋਸ਼ਨ 'ਚ ਆ ਬੇਟਾ, ਤੇ ਯੂਨੀਫਾਰਮ ਮੋਸ਼ਨ ਦਾ ਮਤਲਬ ਸੀ m ਉਹਦਾ ਮਾਸ ਹੋਏਗਾ ਤੇ ਉਹ ਬਾਲ ਇੱਕ ਕਨਸਟੈਂਟ ਸਪੀਡ ਤੇ ਚੱਲਦੀ ਪਈ ਹੈ, ਤੇ ਇਹਦੇ ਨਾਲ v ਉਹਦੀ ਵੈਲੋਸਿਟੀ ਹੋਈ, ਤੇ ਇਹਦੇ ਨਾਲ ਉਸ ਬਾਲ ਦਾ ਕੁਛ ਨਾ ਕੁਛ ਮੋਮੈਂਟਮ ਹੈਗਾ। ਗੱਲ ਉਹ ਥੋੜਾ ਜਿਹਾ ਚੀਜ਼ਾਂ ਟੈਕਨੀਕਲ ਹੈਗੀ, ਧਿਆਨ ਨਾਲ ਸਮਝਣ ਵਾਲੀ ਗੱਲ, ਸਮਝ ਲੱਗਦੀ ਪਈ? Yes, sir. ਹਾਂਜੀ ਸਰ ਅੱਜ ਵੀ ਚਲ, ਇਹਦਾ ਮਤਲਬ ਇਹ ਹੋਇਆ ਕਿ ਜੇ ਮੇਰੇ ਕੋਲ ਬਾਡੀ ਦੇ ਉੱਤੇ ਕੋਈ ਐਕਸਟਰਨਲ ਫੋਰਸ ਨਹੀਂ ਲੱਗੀ ਨਾ, ਤੇ ਬਾਡੀ ਜਿੰਨੇ ਮੋਮੈਂਟਮ ਨਾਲ ਤੁਰੀ ਜਾ ਰਹੀ ਉਹਦਾ ਮੋਮੈਂਟਮ ਉਨਾ ਹੀ ਬਣਿਆ ਰਹੇਗਾ, ਉਹ ਚੇਂਜ ਨਹੀਂ ਹੋਏਗਾ। ਇਹ ਨਾਲ ਉਹਦੇ ਚੇਂਜ ਇਨ ਮੋਮੈਂਟਮ ਦੀ ਵੈਲਿਊ 0 ਹੋਏਗੀ। ਠੀਕ ਆ, ਮੋਮੈਂਟਮ ਹੈਗਾ ਵਾ ਪਰ ਮੋਮੈਂਟਮ ਉਹਦਾ ਚੇਂਜ ਨਹੀਂ ਹੋ ਰਿਹਾ, ਇਸ ਲਈ ਅਸੀਂ ਕਹਿੰਦੇ ਚੇਂਜ ਇਨ ਮੋਮੈਂਟਮ ਉਹਦਾ 0। ਇਸ ਚੀਜ਼ ਨੂੰ ਅਸੀਂ ਨਿਊਟਨ ਯਾਨੀ ਕਨਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਚ ਬੋਲਦੇ। if no external force will act on a body, if no external force will act on a body, then total change in momentum should remain conserved। ਇਹਨਾਂ ਜਿੰਨਾ ਚੇਂਜ ਇਨ ਮੋਮੈਂਟਮ ਤੁਹਾਡਾ ਇਹਨਾਂ ਦੋਨਾਂ ਬਾਲ ਦਾ ਕੋਲੀਜ਼ਨ ਤੋਂ ਪਹਿਲਾਂ ਸੀਗਾ, ਤੇ ਜਿੰਨਾ ਇਹਨਾਂ ਦੋਨਾਂ ਬਾਲ ਦਾ ਚੇਂਜ ਇਨ ਮੋਮੈਂਟਮ ਕੋਲੀਜ਼ਨ ਤੋਂ ਬਾਅਦ ਆ, ਹਨਾ, ਉਹ ਆਪਸ ਚ ਹਮੇਸ਼ਾ ਇਕੁਅਲ ਹੋਏਗਾ। क्या इन्नी गल समझ लगी? Yes, sir. चलो एक लाइन दे नाल आपां अपना टॉपिक जिहड़ा इहदा मैथमेटिकल करांगा। ठीक है, आपां ये क्या जी, we know that according to, ठीक है, according to principle of conservation of according to principle of conservation of linear momentum, ਇਹਦੇ ਅਕੋਰਡਿੰਗਲੀ ਅਸੀਂ ਕੀ ਡਿਫਾਈਨ ਕਰਨ ਲੱਗੇ ਕਿ ਟੋਟਲ ਚੇਂਜ ਇਨ ਮੋਮੈਂਟਮ ਡੈਲਟਾ p1 ਆ ਗਿਆ, ਚੇਂਜ ਇਨ ਮੋਮੈਂਟਮ ਆਫ ਦਾ ਫਰਸਟ ਬਾਲ। ਠੀਕ ਹੈ, ਟੋਟਲ ਚੇਂਜ ਇਨ ਮੋਮੈਂਟਮ ਆਫ ਫਰਸਟ ਬਾਲ ਐਂਡ ਟੋਟਲ ਚੇਂਜ ਇਨ ਮੋਮੈਂਟਮ ਆਫ ਸੈਕੰਡ ਬਾਲ। ਅਸੀਂ ਪੁੱਤ ਦੋ ਵੇਰੀਏਬਲ ਡਿਫਾਈਨ ਕਰਨ ਲੱਗੇ, ਡੈਲਟਾ p1 ਤੇ ਡੈਲਟਾ p2। ਥੀਸ ਆਰ ਦਾ ਟੂ ਚੇਂਜ ਇਨ ਮੋਮੈਂਟਮ ਆਫ ਦਾ ਬਾਲਸ ਆਫਟਰ ਕੋਲੀਜ਼ਨ। ਤੇ ਅਸੀਂ ਕਹਿੰਦੇ ਜੀ ਜਦੋਂ ਇਹ ਦੋ ਬਾਲ ਕੋਲਾਈਡ ਨਹੀਂ ਕੀਤੀਆਂ ਸੀ ਤੇ ਪਹਿਲੀ ਬਾਲ ਦਾ ਕੁਛ ਨਾ ਕੁਛ ਫਾਈਨਾਈਟ ਮੋਮੈਂਟਮ ਹੈਗਾ, ਪਰ ਪਹਿਲੀ ਬਾਲ ਦਾ ਚੇਂਜ ਇਨ ਮੋਮੈਂਟਮ ਕਿੰਨਾ ਹੋਏਗਾ? 0, 0। ਸੈਕੰਡ ਬਾਲ ਦਾ ਵੀ ਚੇਂਜ ਇਨ ਮੋਮੈਂਟਮ ਕਿੰਨਾ? 0, sir. 0। ਜ਼ੀਰੋ ਤੇ ਇੱਕ ਦਿਮਾਗ 'ਚ ਰੱਖਿਓ, ਆਪਾਂ ਇਹ ਕਿਤੇ ਨਹੀਂ ਕਹਿ ਰਹੇ ਮੋਮੈਂਟਮ 0 ਆ। ਅਸੀਂ ਕਿ ਬਾਲ ਤੁਰੀਆਂ ਆ ਰਹੀਆਂ, ਆ ਦੋ ਬਾਡੀ ਜਿਹੜੀਆਂ ਨੇ ਤੁਰੀਆਂ ਆ ਰਹੀਆਂ, ਇਹਨਾਂ ਦੋਨਾਂ ਦੇ ਆਪਣੇ ਆਪਣੇ ਫਾਈਨਾਈਟ ਮੋਮੈਂਟਮ ਹੈਗੇ ਆ, ਪਰ ਇਹਨਾਂ ਦੋਨਾਂ ਦੇ ਉੱਤੇ ਕੋਈ ਫੋਰਸ ਨਹੀਂ ਲਾਈ ਕਰ ਰਹੀ, ਇਸ ਲਈ ਇਹਨਾਂ ਦੇ ਮੋਮੈਂਟਮ ਚੇਂਜ ਨਹੀਂ ਹੋ ਰਹੇ। ਇਸ ਲਈ ਜਿਹੜੀ ਟੋਟਲ ਚੇਂਜ ਆਏਗੀ, ਜਿਹੜੀ ਟੋਟਲ ਚੇਂਜ ਆਫ ਦਾ ਟੂ ਬਾਲ ਬਿਫੋਰ ਕੋਲੀਜ਼ਨ ਹੋਏਗੀ, ਤੇ ਅਸੀਂ ਕਹਿੰਦੇ ਜੀ ਦੋ ਬਾਲ ਜਦੋਂ ਕੋਲਾਈਡ ਕਰ ਗਈਆਂ ਤੇ ਕੋਲੀਜ਼ਨ ਤੋਂ ਬਾਅਦ ਇਹਨਾਂ ਦੋਨਾਂ ਦੀ ਵੈਲੋਸਿਟੀ ਚੇਂਜ ਹੋ ਗਈ। ਵੈਲੋਸਿਟੀ ਚੇਂਜ ਦਾ ਮਤਲਬ ਆ ਦੋਨਾਂ ਦੇ ਮੋਮੈਂਟਮ ਚੇਂਜ। ਤੇ ਡੈਲਟਾ p1 ਜਿਹੜਾ ਵਾ ਚੇਂਜ ਇਨ ਮੋਮੈਂਟਮ ਫਰਸਟ ਬਾਲ ਦਾ ਵਾ, ਡੈਲਟਾ p2 ਜਿਹੜਾ ਵਾ ਉਹ ਚੇਂਜ ਇਨ ਮੋਮੈਂਟਮ ਸੈਕੰਡ ਬਾਲ ਦਾ। ਤੇ ਕਨਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਕਹਿੰਦਾ ਜਦੋਂ ਇਹ ਦੋ ਬਾਲ ਕੋਲਾਈਡ ਕੀਤੀਆਂ ਤੇ ਕੋਈ ਐਕਸਟਰਨਲ ਫੋਰਸ ਨਹੀਂ ਲੱਗੀ, ਤੇ ਜੇ ਐਕਸਟਰਨਲ ਫੋਰਸ ਨਹੀਂ ਲੱਗੀ ਤੇ ਫਿਰ ਜਿਹੜੀ ਟੋਟਲ ਚੇਂਜ ਹੋਏਗੀ ਉਹ ਹਮੇਸ਼ਾ ਕੰਜ਼ਰਵਡ ਰਹੇਗੀ। ਮਤਲਬ ਜਿਹੜੀ ਟੋਟਲ ਚੇਂਜ ਆਫਟਰ ਕੋਲੀਜ਼ਨ ਹੋਏਗੀ ਤੇ ਜਿਹੜੀ ਟੋਟਲ ਚੇਂਜ ਬਿਫੋਰ ਕੋਲੀਜ਼ਨ ਹੋਏਗੀ, ਇਹ ਹਮੇਸ਼ਾ ਆਪਸ ਦੇ ਵਿੱਚ ਇਕੁਅਲ ਆ। ਔਰ ਇਹ ਲਾਈਨ ਦੀ ਲੋੜ ਤੁਹਾਨੂੰ ਬਹੁਤ ਸਾਰੇ ਨੂਮੈਰੀਕਲ ਚ ਪੈਣੀ ਹੈ। क्या ਇਹ ਲਾਈਨ ਸਮਝ ਲੱਗੀ? Yes, sir. चल जे इन्नी लाइन क्लियर है जी, ते अपना आर्टिकल कह लो खत्म हो गया। इतना समय लग गया, करा कंटिन्यू। Yes, sir. चलो देयरफॉर एक तो इन जे ਆਪਾਂ ਬਣਾ ਦਈਏ ਤੇ ਡੈਲਟਾ p1 ਇਕੁਅਲ ਟੂ ਮਾਈਨਸ ਆਫ ਡੈਲਟਾ p2 ਆ ਗਿਆ। ਹੁਣ ਨਿਊਟਨ ਦਾ ਸੈਕੰਡ ਲਾਅ ਸੋਚੋ ਕੀ ਸੀਗਾ। ठीक है, we know that according to Newton second law, कोई बोलेगा की सीगा सेकंड लॉ का फार्मूला? F is equal to m में सेकंड फॉर्म बोलो। इक्वल टू m में F is equal to m में ठीक है, f इक्वल टू m तो हो गया। एक मोमेंटम दी फॉर्म च भी तो लिख दे ਆਪਾਂ। F is equal to dp by dt. dp by dt
या डेल्टा P by डेल्टा T मतलब सेकंड लॉ के अकॉर्डिंगली फोर्स का फार्मूला सीगा रेट ऑफ चेंज ऑफ मोमेंटम ਆਪਾਂ ਕਿਹਾ ਸੀ बेटा कि फोर्स ਜਿਹੜੀ ਆ चेंज इन मोमेंटम बाय टाइम ਦੇ ਇਕੁਅਲ ਹੁੰਦੀ ਆ क्लियर ਆ yes sir, Yes, sir. ਹੁਣ ਜੇ ਮੈਂ ਐਸਐਚ ਤੋਂ ਆਪਾਂ ਮੋਮੈਂਟਮ ਤੋਂ ਚੱਲਣਾ ਪ੍ਰੂਵ ਮੈਂ ਨਿਊਟਨ ਥਰਡ ਲਾਅ ਕਰਨਾ ਜਿਹੜਾ ਫੋਰਸ ਦੀ ਫਾਰਮ ਚ ਆ, ਤੇ ਮੋਮੈਂਟਮ ਤੋਂ ਫੋਰਸ ਤੱਕ ਜਾਣ ਵਾਸਤੇ ਮੈਨੂੰ ਲਿਖਦਾ ਕਿ ਚੇਂਜ ਇਨ ਮੋਮੈਂਟਮ ਨੂੰ ਟਾਈਮ ਨਾਲ ਕੀ ਕਰ ਲਓ ਜੀ divide, डिवाइड ਇਹਨੂੰ ਇਕੁਏਸ਼ਨ 1 ਦੇ ਕੇ ਆਪਾਂ ਇੱਥੇ ਲਿਖ ਦਿੰਦੇ ਹਾਂ डिवाइड इक्वेशन 1 बाय डेल्टा टी यानी इस इक्वेशन को डेल्टा टी ਨਾਲ डिवाइड कर लो तो देयरफॉर ਸਾਡੇ ਕੋਲ ਆ ਗਿਆ डेल्टा p1 by डेल्टा t equal to minus डेल्टा p2 by डेल्टा t बट इस रिलेशन ਦੇ ਅਕੋਰਡਿੰਗਲੀ ਅਸੀਂ ਕਹਿ ਰਹੇ ਹਾਂ डेल्टा p by डेल्टा t फोर्स ਹੁੰਦੀ ਹੈ ਇਹਦਾ ਮਤਲਬ ਜੇ ਆ ਟਰਮ ਨੂੰ ਮੈਂ ਪੜਾ ਆ ਇੰਨੀ ਚੀਜ਼ ਨੂੰ ਸਰਕਲ ਕਰ ਰਿਹਾ ਇਹ ਟਰਮ ਮੇਰੀ ਫੋਰਸ ਬਣੋ Yes, sir. कोई हैगे बाकी जाने yes हाँ जी sir सर. चलो ते जे ए टर्म मेरी फोर्स बनी एक ए एसएच डेल्टा p1 किदा मोमेंटम दी चेंज है सर पहली बॉडी first body ਦਾ ਤੇ ਜੇ ਇਹ ਪਹਿਲੀ ਬਾਲ ਦੇ ਚੇਂਜ ਇਨ ਮੋਮੈਂਟਮ ਨੂੰ ਦਿਖਾਉਂਦੀ ਪਈ ਤੇ ਪਹਿਲੀ ਬਾਲ ਦਾ ਜਿਹੜਾ ਮੋਮੈਂਟਮ ਚੇਂਜ ਕਿਨੇ ਕਰਾਇਆ ਜੀ सर second एफ body भी ਦਾ ਹਾਂ सर एफ भी है दूसरी बॉल में सर. ਦੂਸਰੀ ਬਾਲ ਨੇ ਇਹ ਫਿਰ ਮਤਲਬ ਦੂਸਰੀ body ਨੇ ਯਾਨੀ ਜੇ ਆ ਟਰਮ ਸਾਰੀ ਪੜਾ ਤੇ ਫੋਰਸ ਆ ਬੇਟਾ ਪਰ ਕਹਿੰਦਾ ਕਿਹੜੀ ਫੋਰਸ ਹੋਈ ਅਸੀਂ ਕਹਿੰਦਾ ਜਿਹੜਾ ਪਹਿਲੀ ਬਾਲ ਦਾ ਮੋਮੈਂਟਮ ਚੇਂਜ ਕਰੂ FAB ਆਪਾਂ ਕਿਹਦਾ ਨਾਮ ਰੱਖਿਆ ਸੀ ਫੋਰਸ ਔਨ ਫਰਸਟ ਬਾਡੀ ਬਾय ਦਾ ਸੈਕਿੰਡ ਇਹਦਾ ਮਤਲਬ ਜੇ ਮੈਂ ਇਸ ਟਰਮ ਨੂੰ ਲਿਖਣਾ ਹੋਵੇ ਠੀਕ ਹੈ ਇਸ ਟਰਮ ਨੂੰ ਲਿਖਣਾ ਹੋਵੇ ਤਾਂ ਆਪਣੇ ਕੋਲ ਆ ਗਿਆ ਬਟ ਡੈਲਟਾ P1 ਬਾय ਡੈਲਟਾ T ਇਹ FAB ਬਣ ਜਾਏਗਾ यानी फोर्स ऑन के अंदर ये फर्स्ट ऑब्जेक्ट बाय द सेकंड सिमिलरली डेल्टा P2 बाय डेल्टा T ये मेरे को फोर्स ऑन सेकंड ऑब्जेक्ट आ जाएगी तो जे मैं दोनों दी दोनों वैल्यूज इस रिलेशन च पुट अप कर लवां तो देयरफॉर साडे कोल आ गया जी FAB इट शुड बी इक्वल टू माइनस FB यानी दोनों ऑब्जेक्ट दी फोर्सेस जेड़ियां ने आपस में इक्वल एंड ओपोजिट आ ਤੇ ਇਹ ਮੇਰਾ ਨਿਊਟਨ ਦਾ ਥਰਡ ਲਾਅ ਜਿਹੜਾ ਉਹਨੂੰ ਪ੍ਰੂਵ ਕਰ ਦੇਗਾ ਕਲੀਅਰ ਹੈ ਨੀ ਗੱਲ yes sir, ਓਏ यस डेरिवेशन सर आ गया समझ में. आ गया सर. हाँ जी सर क्लियर है. ਹਾਂਜੀ ਬੋਲੋ clear sir, क्लियर सर. ਚਲੋ ਇਹ ਸੀਗਾ ਪੁੱਤ ਆਪਣੇ ਕੋਲ ਨਿਊਟਨ ਥਰਡ ਲਾਅ ਔਰ ਮੈਂ ਦੁਬਾਰਾ ਬੋਲ ਰਿਹਾ ਜੇ ਪੇਪਰ ਦਾ ਕੁਐਸਚਨ ਇਹ ਹੈਗਾ ਵਾ ਕਿ ਹਾਊ ਵਿਲ ਯੂ ਪ੍ਰੂਵ ਦੈਟ ਕਿ ਸੈਕੰਡ ਲਾਅ ਇਜ਼ ਦਾ ਰੀਅਲ ਲਾਅ तो तुसी कहोगे कि भी with the help of second law we can derive Newton third law as well as the Newton first law ਆਪਾਂ F equal to delta P by delta T Newton ਦੇ second law ਦੀ help ਨਾਲ ਹਨਾ ਆਪਾਂ ਐਸ ਚ ਆਪਣਾ third law prove ਕਰ ਲਿਆ ਤੇ ਹੁਣ ਇਹਦੇ Newton second law ਦੀ help ਨਾਲ ਮੈਂ first law ਵੀ ਬਣਾ ਦਾਂਗਾ ਜੇ ਮੈਨੂੰ ਕੁਐਸਚਨ ਇਹ ਆ ਗਿਆ second law is the real law ਉਹ ਮੈਂ ਤੁਹਾਨੂੰ ਇੱਥੇ ਨਾਲ ਹੀ ਗੱਲ ਕਰਨ ਲੱਗਿਆ ਦਿਮਾਗ 'ਚ ਰੱਖ ਲਿਓ ਜੇ ਆਪਾਂ ਸੈਕੰਡ ਲਾਅ ਦੀ ਹੈਲਪ ਨਾਲ ਫਰਸਟ ਲਾਅ ਡਰਾਈਵ ਕਰਨਾ ਤੇ ਉਦੋਂ ਤੁਸੀਂ ਜਿਹੜਾ ਰਿਲੇਸ਼ਨ ਯੂਜ਼ ਕਰਨਾ ਵੀ ਨੋ ਦੈਟ ਅਕੋਰਡਿੰਗ ਟੂ ਨਿਊਟਨ ਸੈਕੰਡ ਲਾਅ ਕਿਹੜਾ ਫਾਰਮੂਲਾ ਸੈਕੰਡ ਲਾਅ ਦਾ ਸੈਕੰਡ ਲਾਅ ਦਾ ਕੀ ਫਾਰਮੂਲਾ ਹੁੰਦਾ F equals to ma. ਬਿਲਕੁਲ ਜਦੋਂ ਤੇ ਥਰਡ ਲਾਅ ਪ੍ਰੂਵ ਕਰਨਾ ਤੇ ਤੁਸੀਂ ਕਨਜ਼ਰਵੇਸ਼ਨ ਆਫ ਮੋਮੈਂਟਮ ਨੂੰ ਵਰਤਦੇ ਪਏ ਹੋ इसलिए फोर्स का फॉर्मूला मोमेंटम वाला यूज किया हुण जदों असीं एसएच इथों फर्स्ट लॉ ड्राइव करना ते आपां F इक्वल टू ma ले लांगे ठीक है और a दी थां ते असीं इत्थे एसएच v माइनस u by t भर दांगे ते असीं डिफाइन ए कीता सी फर्स्ट लॉ इफ नो एक्सटर्नल फोर्स विल एक्ट ऑन ए बॉडी यानी जे बॉडी ते लगन वाली फोर्स जेहड़ी आ ए एक्सटर्नल वैल्यू 0 होवे यानी जे ਆਪਾਂ ਇਹ ਕਹਿੰਦੇ ਪਏ if f equal to 0 ਤੇ f 0 ਦਾ ਮਤਲਬ ਹੋ ਗਿਆ m into v minus u by t ਆ ਸਾਰੀ ਟਰਮ 0 ਆ ਜਾਓ yes sir, Yes, sir. ਹੁਣ m ਉਧਰ ਜਾ ਕੇ ਡਿਵਾਈਡ ਕਰਾਂ 0 by m 0 ਰਹੇਗਾ t 0 ਨਾਲ ਮਲਟੀਪਲਾਈ ਕਰਾਂ ਤਾਂ 0 ਰਹੇਗਾ ਇਹ ਮਤਲਬ ਆਪਣੇ ਕੋਲ ਆ ਗਿਆ ਜੀ v minus u equal to 0 which implies v equal to u
ਹੁਣ ਇਸ ਲਾਈਨ ਦਾ ਮਤਲਬ ਕੱਢਿਆ ਸੀ u ਮੇਰੀ ਸੀਗੀ ਬਾਡੀ ਦੀ ਇਨੀਸ਼ੀਅਲ ਵੈਲੋਸਿਟੀ ਤੇ v ਸੀਗੀ ਫਾਈਨਲ। ਇਹ ਕਹਿੰਦਾ ਕਿ ਜਿੰਨੀ ਬਾਡੀ ਦੀ ਇਨੀਸ਼ੀਅਲ ਵੈਲੋਸਿਟੀ ਆ ਉਨੀ ਹੀ ਫਾਈਨਲ ਬਣੀ ਰਹੂਗੀ ਜੇ ਬਾਡੀ ਤੇ ਕੋਈ ਫੋਰਸ ਨਹੀਂ ਲੱਗੀ। ਯਾਨੀ ਜੇ ਬਾਡੀ ਤੇ ਫੋਰਸ ਨਹੀਂ ਲੱਗ ਰਹੀ ਤੇ ਬਾਡੀ ਦੀ ਇਨੀਸ਼ੀਅਲ ਤੇ ਫਾਈਨਲ ਵੈਲੋਸਿਟੀ ਸੇਮ ਆ, ਤੇ ਵੈਲੋਸਿਟੀ ਸੇਮ ਰਹਿਣ ਦਾ ਮਤਲਬ ਆ ਬਾਡੀ ਯੂਨੀਫਾਰਮ ਮੋਸ਼ਨ ਚ ਹੋਏਗੀ। Yes, sir. Yes, sir. ਠੀਕ ਆ, ਹਾਂਜੀ ਸਰ। ਬਾਡੀ ਦੇ ਉੱਤੇ ਕੋਈ ਫੋਰਸ ਨਾ ਲੱਗੇ ਤੇ ਬਾਡੀ ਯੂਨੀਫਾਰਮ ਮੋਸ਼ਨ ਚ ਹੋਵੇ ਤੇ ਇਹ ਨਿਊਟਨ ਫਰਸਟ ਲਾਅ ਡਿਫਾਈਨ ਕਰਦਾ। Yes, sir. Yes, sir. Yes, sir. ਇਹ ਮੇਰਾ ਕੁਐਸਚਨ ਪੇਪਰ 'ਚ ਇਹ ਹੋਵੇ ਕਿ ਵੀ ਹਾਊ ਵਿਲ ਯੂ ਪ੍ਰੂਵ ਦੈਟ ਸੈਕੰਡ ਲਾਅ ਇਜ਼ ਦਾ ਰੀਅਲ ਆਫ ਮੋਸ਼ਨ। ਤੁਸੀਂ ਕਹੋਗੇ ਵਿਦ ਦਾ ਹੈਲਪ ਆਫ ਸੈਕੰਡ ਲਾਅ ਵੀ ਡਰਾਈਵ ਫਰਸਟ ਲਾਅ। ਆ ਲਾਈਨਾਂ ਆਪਾਂ ਉੱਥੇ ਡਰਾਈਵ ਕਰਕੇ ਲਿਖ ਦਾਂਗੇ। ਆਲਸੋ ਵਿਦ ਦਾ ਹੈਲਪ ਆਫ ਸੈਕੰਡ ਲਾਅ ਵੀ ਕੈਨ ਡਰਾਈਵ ਦਾ ਥਰਡ ਲਾਅ। ਤੇ ਫਿਰ ਉੱਥੇ ਆ ਜਿਹੜੀ ਡੈਰੀਵੇਸ਼ਨ ਆਪਾਂ ਦੋ ਲਾਈਨਾਂ 'ਚ ਕੀਤੀ ਹੈ ਫਿਰ ਇਹ ਵਾਲੀ ਡੈਰੀਵੇਸ਼ਨ ਨਾਲ ਕਰ ਦਾਂਗੇ। ਫਰਸਟ ਲਾਅ ਦੀ ਵੀ ਤੇ ਥਰਡ ਲਾਅ ਦੀ ਵੀ ਦੋਨਾਂ ਦੀ ਡੈਰੀਵੇਸ਼ਨ ਕਰ ਦਿਓ, ਤੁਹਾਡਾ ਸੈਕੰਡ ਲਾਅ ਇਜ਼ ਦਾ ਰੀਅਲ ਲਾਅ ਆਫ ਮੋਸ਼ਨ ਦਾ ਆਨਸਰ ਆ ਜਾਏਗਾ। ਕਲੀਅਰ ਹੈ ਨੀ ਗੱਲ? Yes, sir. Yes, sir. ਚਲ ਤੇ ਜੇ ਪੇਪਰ ਦਾ ਕੁਐਸਚਨ ਇਹ ਆ ਕਿ ਹਾਊ ਵਿਲ ਯੂ ਪ੍ਰੂਵ ਦਾ ਨਿਊਟਨ ਥਰਡ ਲਾਅ, ਉਹਨੇ ਨੇ ਮੈਨੂੰ ਕਿਤੋਂ ਕਿਹਾ ਕਿ ਸੈਕੰਡ ਲਾਅ ਰੀਅਲ ਲਾਅ, ਉਹਨੇ ਸਿਰਫ ਇਹ ਕਿਹਾ ਕਿ ਨਿਊਟਨ ਥਰਡ ਲਾਅ ਡਰਾਈਵ ਕਰੋ, ਤੇ ਫਿਰ ਉਦੋਂ ਇਸ ਚੀਜ਼ ਦੀ ਕੋਈ ਲੋੜ ਨਹੀਂ ਫਰਸਟ ਲਾਅ ਵਾਲੀ ਕਹਿੰਦੀ, ਫਿਰ ਤੁਸੀਂ ਆਹੀ ਵਾਲੀ ਡੈਰੀਵੇਸ਼ਨ ਕਰ ਦੇ ਹੋ ਜੂ। ਹਾਂਜੀ ਸਰ। Yes, sir. ਚਲ ਯੈਸ ਸਰ ਜੀ। ਡਨ ਜੀ। ਇਹਦੇ ਨਾਲ ਉਹਨੇ ਇਹਦੀਆਂ ਬਹੁਤ ਸਾਰੀ ਐਗਜ਼ਾਮਪਲ ਦਿੱਤੀਆਂ, ਬੇਟਾ ਦਿਮਾਗ 'ਚ ਰੱਖਿਓ। ਪ੍ਰਿੰਸੀਪਲ ਆਫ ਕਨਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਦੀਆਂ ਐਗਜ਼ਾਮਪਲ ਤੇ ਤੁਹਾਡੇ ਕੋਲ ਨਿਊਟਨ ਥਰਡ ਲਾਅ ਦੀ ਐਗਜ਼ਾਮਪਲ, ਦੋਨਾਂ 'ਚ ਸੇਮ ਐਗਜ਼ਾਮਪਲ ਹੀ ਆ। ਉਹ ਕਹਿੰਦਾ ਜੀ ਜੇ ਕੋਈ ਰਾਕਟ ਜਿਹੜਾ ਵਾ ਉਹ ਮੇਰੇ ਕੋਲ ਐਸ ਸੱਚ ਅਪਵਰਡ ਮੂਵ ਕਰਦਾ, ਫਲਾਈਟ ਆਫ ਰਾਕਟ, ਅਸੀਂ ਕਹਿੰਦੇ ਇਟ ਇਜ਼ ਬੇਸਡ ਅਪਨ ਦਾ ਕਨਜ਼ਰਵੇਸ਼ਨ ਆਫ ਮੋਮੈਂਟਮ ਔਰ ਇਟ ਇਜ਼ ਬੇਸਡ ਅਪਨ ਦਾ ਨਿਊਟਨ ਥਰਡ ਲਾਅ। ਉਹ 'ਚ ਅਸੀਂ ਕੀ ਕਹਿੰਦੇ ਕਿ ਜਦੋਂ ਇਹਨੇ ਐਸ ਸੱਚ ਰਾਕਟ ਨੇ ਫਲਾਈਟ ਲੈਣੀ ਆ, ਇਹ ਜਿੰਨੀਆਂ ਗੈਸਿਸ ਡਾਊਨਵਰਡ ਕਰਦਾ ਪਿਆ ਹਨਾ, ਇਹ ਐਸ ਸੱਚ ਗਰਾਊਂਡ ਦੇ ਉੱਤੇ ਐਕਸ਼ਨ ਕਰਦੀਆਂ, ਤੇ ਜੇ ਇਹਨਾਂ ਨੇ ਗਰਾਊਂਡ ਤੇ ਐਕਸ਼ਨ ਕੀਤਾ ਉਹਦਾ ਰਿਐਕਸ਼ਨ ਅਸੀਂ ਕਹਿੰਦੇ ਜੀ ਮੈਨੂੰ ਉੱਪਰ ਨੂੰ ਮਿਲਦਾ ਪਿਆ, ਯਾਨੀ ਨਿਊਟਨ ਥਰਡ ਲਾਅ ਨਾਲ ਆਪਾਂ ਫਲਾਈਟ ਆਫ ਰਾਕਟ ਜਸਟੀਫਾਈ ਕਰ। ਸੇਮ ਚੀਜ਼ ਪ੍ਰਿੰਸੀਪਲ ਆਫ ਕਨਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਨਾਲ ਵੀ ਕਰਾਂਗੇ। ਉੱਥੇ ਅਸੀਂ ਵਰਡ ਇਦਾਂ ਬੋਲ ਦਾਂਗੇ ਕਿ ਵੀ ਇਹਨਾਂ ਗੈਸਿਸ ਨੇ ਜਿੰਨਾ ਡਾਊਨਵਰਡ ਮੋਮੈਂਟਮ ਦਿੱਤਾ, ਠੀਕ ਹੈ, ਗਰਾਊਂਡ ਨੇ ਉਨਾ ਹੀ ਉਸ ਗੈਸਿਸ ਨੂੰ ਮੋਮੈਂਟਮ ਜਿਹੜਾ ਵਾ, ਰਾਕਟ ਨੂੰ ਮੋਮੈਂਟਮ ਜਿਹੜਾ ਵਾ ਉਹ ਅਪਵਰਡ ਦੇ ਦਿੱਤਾ। ਠੀਕ ਹੈ ਨਾ, ਕਿਉਂਕਿ ਇੱਥੇ ਇੱਕ ਤਾਂ ਅਸੀਂ ਲਿਖਿਆ ਡੈਲਟਾ P1 ਇਕੁਅਲ ਟੂ ਮਾਈਨਸ ਡੈਲਟਾ P2, ਮਤਲਬ ਜਿੰਨਾ ਮੋਮੈਂਟਮ ਇਹਦਾ ਚੇਂਜ ਹੋਇਆ ਗੈਸਿਸ ਕੱਢ ਕੇ ਹਨਾ, ਉਨਾ ਹੀ ਮੋਮੈਂਟਮ ਅਸੀਂ ਕਹਿੰਦੇ ਜੀ ਗੈਸਿਸ ਨੇ ਇਹਨੂੰ ਆਪਸ ਵਿੱਚ ਦਿੱਤਾ। ਯਾਨੀ ਆਹ ਰਿਲੇਸ਼ਨ ਡੈਲਟਾ P1 ਇਕੁਅਲ ਟੂ ਮਾਈਨਸ ਡੈਲਟਾ P2 ਜਾਂ ਆਹ ਰਿਲੇਸ਼ਨ ਜਿਹੜਾ ਫੋਰਸ ਵਾਲਾ, ਦੋਨੋਂ ਸੇਮ ਚੀਜ਼ਾਂ ਨੇ, ਸਿਰਫ ਅਸੀਂ ਟਾਈਮ ਨੂੰ ਵਿੱਚ ਜਿਹੜਾ ਵਾ ਡਿਫਰੈਂਟ ਲੈਣੇ ਪਏ, ਅਦਰਵਾਈਜ਼ ਚੇਂਜ ਇਨ ਮੋਮੈਂਟਮ ਦੀ ਫਾਰਮ ਚ ਜਾਂ ਫੋਰਸ ਦੀ ਫਾਰਮ ਚ ਰਿਲੇਸ਼ਨ ਸੇਮ ਹੈ, ਐਗਜ਼ਾਮਪਲ ਸੇਮ। ਇਹਦੀ ਉਹਨੇ ਐਗਜ਼ਾਮਪਲ ਹੋਰ ਬਹੁਤ ਸਾਰੀਆਂ ਦਿੱਤੀਆਂ। ਉਹ ਕਹਿੰਦਾ ਜੀ ਵੈਨ ਵੀ ਵਾਕ, ਜਦੋਂ ਤੁਸੀਂ ਤੁਰਦੇ ਹੋ ਤੇ ਅਸੀਂ ਜ਼ਮੀਨ ਨੂੰ ਐਸੇ ਆਪਣੇ ਟੋ ਨਾਲ ਜਾਂ ਅੱਡੀ ਨਾਲ ਜਿੰਨਾ ਦੱਬਦੇ ਆ, ਇਹ ਮਤਲਬ ਜਿੰਨੀ ਫੋਰਸ ਮੈਂ ਗਰਾਊਂਡ ਦੇ ਉੱਤੇ ਅਪਲਾਈ ਕਰਦਾ ਇਨਕਲਾਈਨਡ ਡਾਇਰੈਕਸ਼ਨ ਚ, ਗਰਾਊਂਡ ਓਨੀ ਹੀ ਰਿਐਕਸ਼ਨਲ ਫੋਰਸ ਮੈਨੂੰ ਅੱਗੇ ਨੂੰ ਦਿੰਦੀ ਹੈ। ਇਹ ਮਤਲਬ ਉਦੋਂ ਵੀ ਅਸੀਂ ਸੇਮ ਵਰਡ ਬੋਲਦੇ ਕਿ ਵੀ ਐਕਸ਼ਨ ਤੇ ਰਿਐਕਸ਼ਨ ਇਕੁਅਲ ਐਂਡ ਆਪੋਜ਼ਿਟ ਆ। ਇਹਦੀ ਹੋਰ ਐਗਜ਼ਾਮਪਲ ਹੈ ਕਿ ਜਦੋਂ ਕਿਸੇ ਬੋਟ ਦੇ ਵਿੱਚੋਂ, ਜਦੋਂ ਕਿਸੇ ਕਿਸ਼ਤੀ ਦੇ ਵਿੱਚੋਂ ਅਸੀਂ ਬਾਹਰ ਨੂੰ ਜੰਪ ਕਰਦੇ ਆ, ਕਹਿੰਦਾ ਜੀ ਉਦੋਂ ਤੁਸੀਂ ਦੋਨੋਂ ਪੈਰ ਇੱਕੋ ਵਾਰੀ ਬਾਹਰ ਨਹੀਂ ਕੱਢਦੇ, ਤੁਸੀਂ ਇੱਕ ਪੈਰ ਜਿਹੜਾ ਵਾ ਉਹ ਬਾਹਰ ਕੱਢ ਕੇ, ਠੀਕ ਹੈ, ਦੂਜੇ ਪੈਰ ਦੇ ਨਾਲ ਤੁਸੀਂ ਬੋਟ ਨੂੰ ਬੈਕਵਰਡ ਮੋਮੈਂਟਮ ਦਿੰਦੇ, ਉਹਨੂੰ ਪਿੱਛੇ ਨੂੰ ਝਟਕਾ ਮਾਰਦਾ, ਮੈਂ ਫੋਰਸ ਲਗਾਣਾ ਬੈਕਵਰਡ, ਤੇ ਜਿੰਨੀ ਫੋਰਸ ਮੈਂ ਉੱਤੇ ਬੈਕਵਰਡ ਲਗਾਵਾਂਗਾ ਬੋਟ ਓਨੀ ਹੀ ਰਿਐਕਸ਼ਨਲ ਫੋਰਸ ਮੈਨੂੰ ਅੱਗੇ ਨੂੰ ਦੇ ਦਿੰਦੀ। ਇਹ ਮਤਲਬ ਜਿੰਨਾ ਮੋਮੈਂਟਮ ਮੈਂ ਬੋਟ ਨੂੰ ਬੈਕਵਰਡ ਦਿੱਤਾ, ਉਨਾ ਹੀ ਮੋਮੈਂਟਮ ਬੋਟ ਨੇ ਮੈਨੂੰ ਕਹਿੰਦਾ ਜੀ ਉਸ ਪਰਸਨ ਨੂੰ ਫਾਰਵਰਡ ਡਾਇਰੈਕਸ਼ਨ ਚ ਦੇ ਦੂ। Yes, sir. Yes. ਯੈਸ ਸਰ। ਹਾਂਜੀ ਸਰ। ਐਗਜ਼ਾਮਪਲ ਸਮਝ ਲੱਗ ਰਹੀ ਹੈ ਸਾਰਿਆਂ ਨੂੰ? Yes, sir. ਹਾਂਜੀ ਸਰ। Yes, sir. Yes, sir. ਨਿਊਟਨ ਥਰਡ ਲਾਅ ਹੋਵੇ ਜਾਂ ਪ੍ਰਿੰਸੀਪਲ ਆਫ ਕਨਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਹੋਵੇ, ਬੱਚੇ ਦੋਨਾਂ ਹੀ ਕੇਸਿਸ ਦੇ ਅੰਦਰ, ਠੀਕ ਹੈ ਜੀ, ਮੇਰੇ ਕੋਲ ਐਗਜ਼ਾਮਪਲ ਸੇਮ ਆ। ਡੈਰੀਵੇਸ਼ਨ ਜਿਹੜੀ ਆ ਉਹ ਚ ਬਾਰ-ਬਾਰ ਕਹਿ ਰਹੇ ਹਾਂ, ਇੱਕ ਲਾਈਨ ਦਿਮਾਗ ਚ ਰੱਖ ਲਓ, ਜਦੋਂ ਨਿਊਟਨ ਥਰਡ ਲਾਅ ਪ੍ਰੂਵ ਕਰਨਾ ਅਸੀਂ ਕਨਜ਼ਰਵੇਸ਼ਨ ਆਫ ਮੋਮੈਂਟਮ ਤੋਂ ਸ਼ੁਰੂ ਕੀਤਾ, ਤੇ ਜੇ ਮੈਂ ਕਨਜ਼ਰਵੇਸ਼ਨ ਆਫ ਮੋਮੈਂਟਮ ਪ੍ਰੂਵ ਕਰਨਾ ਤੇ ਮੈਂ ਨਿਊਟਨ ਦੇ ਥਰਡ ਲਾਅ ਤੋਂ ਸ਼ੁਰੂ ਕਰੂੰ। ਇੰਨੀ ਗੱਲ ਕਲੀਅਰ ਆ? Yes, sir. Yes, sir. ਯੈਸ ਸਰ। ਚਲ ਜੇ ਇਸ ਟੌਪਿਕ 'ਚ ਕੋਈ ਡਾਊਟ ਤਾਂ ਬੋਲ ਦਿਓ, ਅਦਰਵਾਈਜ਼ ਤੁਹਾਡਾ ਟੌਪਿਕ ਹੈਗਾ ਨਿਊਟਨ ਥਰਡ ਲਾਅ ਐਂਡ ਇਟਸ ਐਕਸਪਲੇਨੇਸ਼ਨ
फिर इलस्ट्रेशन ऑफ न्यूटन थर्ड लॉ यानी ओदियां एग्जांपल न्यूटन थर्ड लॉ ਦੀਆਂ ਕਿਹੜੀਆਂ जे इना क्लियर है तो मैंने बोलो फिर मेरा नेक्स्ट टॉपिक पे चला हाँ जी सर नेक्स्ट टॉपिक चलो Yes, sir. चल 1 मिनट वेट कर लो हाँ जी नेक्स्ट टॉपिक भी न्यूटन थर्ड लॉ दी एग्जांपल है बेटा टॉपिक ਨੂੰ ਅਸੀਂ ਨਾਮ ਦੇ ਦਿੰਦੇ ਹਾਂ ਹਾਰਸ ਐਂਡ ਕਾਰਟ ਪ੍ਰੋਬਲਮ चलो नेक्स्ट हैगा बच्चे हॉर्स एंड कार्ट प्रॉब्लम टॉपिक कुछ नहीं हो सिंपल है बिल्कुल उन्होंने कहा जी न्यूटन थर्ड लॉ ਜਿਹੜਾ ਵਾ ਉਹ ਐਸੇ ਚ ਹੌਟ ਐਂਡ ਕਾਰਟ ਪ੍ਰੋਬਲਮ ਦੇ ਹਾਰਸ ਐਂਡ ਕਾਰਟ ਪ੍ਰੋਬਲਮ ਚ ਡਿਸਕਸ ਕਰੋ ਤੇ ਅਸੀਂ ਉਹਦੇ ਚ ਸਿਰਫ ਇਹ ਦਿਖਾ ਰਹੇ ਕਿ ਜੇ ਮੰਨ ਲਓ ਤੁਹਾਡੇ ਕੋਲ ਗਰਾਊਂਡ ਦੇ ਉੱਤੇ ਇੱਕ ਕਹਿੰਦਾ ਜੀ ਮੇਰੇ ਕੋਲ ਐਸਾ ਚ ਕਾਰਟ ਆ ਠੀਕ ਹੈ ਇੱਕ ਮੇਰੇ ਕੋਲ ਕਾਰਟ ਹੋ ਗਿਆ ਤੇ ਜੇ ਇਹਨੂੰ ਮੈਂ ਐਸਾ ਚ ਕਹਿੰਦਾ ਜੀ ਇੱਥੇ ਕਿਸੇ ਹਾਰਸ ਦੇ ਨਾਲ ਬੰਨਿਆ ਹੋਇਆ ਸਟ੍ਰਿੰਗ ਦੇ ਥਰੂ ਆਪਾਂ ਹੁਣ ਇੱਥੇ ਹਾਰਸ ਬਣਾ ਕੇ ਨਾ ਦਿਖਾਵਾਂਗੇ ਠੀਕ ਹੈ ਆ ਲੋਕੇਸ਼ਨ ਮੇਰੇ ਕੋਲ ਹਾਰਸ ਦੀ ਆ ਗਈ ਤੇ ਜੇ ਇਸ ਮੂਵਮੈਂਟ ਤੇ ਅਸੀਂ ਇਹ ਕਹੀਏ ਕਿ ਇਹ ਸਿਸਟਮ ਜਿਹੜਾ ਵਾ ਮੇਰੇ ਕੋਲ ਮੂਵ ਕਰਦਾ ਪਿਆ ਉਹ ਕਹਿੰਦਾ ਪੁੱਤ ਜਿਹੜੀਆਂ ਡਿਫਰੈਂਟ ਫੋਰਸਿਸ ਸਿਸਟਮ ਚ ਇਨਕਲੂਡ ਹੈ ਨਾ ਉਹ ਸਾਰੀਆਂ ਸ਼ੋ ਕਰ ਲਓ ਇਨੀਸ਼ੀਅਲੀ ਅਸੀਂ ਲੈ ਰਹੇ ਕਿ ਵੀ ਸ਼ੁਰੂ ਦੇ ਵਿੱਚ ਜਦੋਂ ਰੈਸਟ ਦੀ ਸਟੇਟ ਚ ਹੋਏਗਾ ਸਾਰਾ ਸਿਸਟਮ ਤੇ ਇਸ ਕਾਟ ਦਾ ਜਿਹੜਾ weight ਆ ਉਹ ਵਰਟੀਕਲੀ ਡਾਊਨਵਰਡ ਹੋਏਗਾ ਇਹਦਾ ਜਿਹੜਾ weight ਆ ਉਹ ਵਰਟੀਕਲੀ ਡਾਊਨਵਰਡ ਹੋਏਗਾ ਤੇ ਇਹਦੀ ਰਿਐਕਸ਼ਨਲ ਫੋਰਸ ਜਿਹੜੀ ਆ ਹਨਾ ਇਹ ਤੇ ਉਹਨੇ ਗਰਾਊਂਡ ਦੇ ਉੱਤੇ ਐਕਸ਼ਨ ਕੀਤਾ ਫੋਰਸ ਲਗਾਈ ਹੈ ਗਰਾਊਂਡ ਨੇ ਜਿਹੜੀ ਫੋਰਸ ਇਸ ਕਾਟ ਦੇ ਉੱਪਰ ਲਗਾਣੀ ਹੈ ਉਹ ਇਹਦੀ ਗਿਵਨ ਸਰਫੇਸ ਦੇ ਹਮੇਸ਼ਾ ਪਰਪੈਂਡੀਕੂਲਰ ਹੈ यानी इस वेले ਇਹਦੀ ਰਿਐਕਸ਼ਨਲ ਫੋਰਸ r1 ਜਿਹੜੀ ਆ ਉਹ ਅਪਵਰਡ ਆ ਜੂ ਕੀ ਆ ਕਲੀਅਰ ਆ Yes, sir. ਠੀਕ ਹੈ ਨਾ ਨਾ ਤਾਂ ਕਾਟ ਮੇਰੇ ਕੋਲ ਉੱਪਰ ਨੂੰ ਹਵਾ ਚੋੜਦਾ ਪਿਆ ਤੇ ਨਾ ਗਰਾਊਂਡ ਦੇ ਅੰਦਰ ਵੜਦਾ ਪਿਆ ਇਹਦਾ ਮਤਲਬ ਦੋਨੋਂ ਫੋਰਸਿਸ ਜਿਹੜੀਆਂ ਇੱਕ ਦੂਜੇ ਨੂੰ ਬੈਲੈਂਸ ਕਰਦੀਆਂ ਦੂਜੇ ਪਾਸੇ ਜਿਹੜਾ ਹਾਰਸ ਦਾ weight ਹੋਏਗਾ ਉਹਨੂੰ m2g ਲਿਖ ਦਿਓ ਤੇ ਜਿਹੜੀ ਹਾਰਸ ਦੇ ਅਗੇਂਸਟ ਰਿਐਕਸ਼ਨਲ ਫੋਰਸ ਆਏਗੀ ਉਹ ਮੇਰੇ ਕੋਲ ਐਸਾ ਚ ਇਸ ਡਾਇਰੈਕਸ਼ਨ ਚ ਆ ਗਈ r2 ਇਹ ਇੱਕ ਦੂਜੇ ਨਾਲ ਬੈਲੈਂਸ ਆ ਜਦੋਂ ਰੈਸਟ ਦੀ ਸਟੇਟ ਚ ਤੇ ਜਦੋਂ ਅਸੀਂ ਕਹਿੰਦੇ ਬੇਟਾ ਕਿ ਇਹ ਹਾਰਸ ਐਂਡ ਕਾਰਟ ਸਿਸਟਮ ਮੂਵ ਕਰਦਾ ਪਿਆ ਉਦੋਂ ਅਸੀਂ ਐਸਐਚ ਚ ਐਡੀਸ਼ਨਲ ਫੋਰਸ ਕਿਹੜੀ ਲੈਣ ਲੱਗੇ ਕਿ ਵੀ ਜਦੋਂ ਇਹਨੇ ਸਿਸਟਮ ਨੇ ਮੂਵ ਕਰਨਾ ਜਿੱਦਾਂ ਅਸੀਂ ਅੱਗੇ ਨੂੰ ਤੁਰਨ ਲੱਗੇ ਮੈਂ ਅੱਗੇ ਵੀ ਐਗਜ਼ਾਮਪਲ ਦਿੱਤੀ ਸੀ ਜਦੋਂ ਆਪਾਂ ਤੁਰਦੇ ਆ ਬੇਟਾ ਤੇ ਅਸੀਂ ਜ਼ਮੀਨ ਤੇ ਪੈਰ ਫਲੈਟ ਨਹੀਂ ਰੱਖਦੇ ਅਸੀਂ ਪੂਰਾ ਪੈਰ ਜ਼ਮੀਨ ਦੇ ਉੱਤੇ ਫਲੈਟ ਨਹੀਂ ਰੱਖਦੇ ਅਸੀਂ ਆਪਣੇ ਟੋ ਨਾਲ ਇਨਕਲਾਈਨਡ ਫੋਰਸ ਲਗਾਣੇ Yes, हाँ sir. जी Yes, sir. Yes, sir. ਜਦੋਂ ਫੋਰਸ ਇਨਕਲਾਈਨਡ ਲੱਗੇਗੀ ਉਹਦੀ ਰਿਐਕਸ਼ਨਲ ਫੋਰਸ ਵੀ ਇਨਕਲਾਈਨਡ ਆ ਗਈ ਇੱਥੇ ਅਸੀਂ ਆ ਦਿਖਾਤਾ ਕਿ ਇਹਨੇ ਗਰਾਊਂਡ ਨੂੰ ਜਿੰਨਾ ਪੁਸ਼ ਕਰਨਾ ਹਾਰਸ ਨੇ ਗਰਾਊਂਡ ਨੂੰ ਜਿੰਨਾ ਪੁਸ਼ ਕਰਨਾ ਠੀਕ ਹੈ ਇਸ ਫੋਰਸ ਦਾ ਨਾਮ r3 ਰੱਖ ਦਿਓ ਇਹਦੇ ਅਗੇਂਸਟ ਰਿਐਕਸ਼ਨਲ ਫੋਰਸ ਮੈਨੂੰ ਜਿਹੜੀ ਆ ਉਹ ਮੰਨ ਲਓ f ਮਿਲ ਗਈ ਇਹਨਾਂ ਕਲੀਅਰ ਆ Yes, sir. सर हाँ जी सर हाँ जी क्लियर ਤੇ ਜੇ ਮੈਂ ਇੱਥੇ ਐਸਐਚ ਐਫ ਨੂੰ ਯਾਨੀ ਜਿਹੜੀ ਗਰਾਊਂਡ ਨੇ ਐਸਐਚ ਮੈਨੂੰ ਰਿਐਕਸ਼ਨਲ ਫੋਰਸ ਦਿੱਤੀ ਆ ਜੇ ਮੈਂ ਇਹਨੂੰ ਐਸਐਚ ਐਂਗਲ ਥੀਟਾ ਦੇ ਇਨਕਲਾਈਨਡ ਗਿਣਾ ਤੇ ਮੈਂ ਇਹਨੂੰ ਸਪਲਿਟ ਕਰਦਾ ਐਫ ਦਾ ਕੰਪੋਨੈਂਟ ਆ ਗਿਆ ਐਫ cos ਥੀਟਾ ਔਰ ਇਸ ਸਾਈਡ ਤੋਂ ਮੇਰੇ ਕੋਲ ਕੰਪੋਨੈਂਟ ਆ ਗਿਆ ਐਫ sin ਥੀਟਾ ਉਧਰ ਐਫ cos ਤੇ ਇਧਰ ਐਫ sin ਥੀਟਾ ਆ ਗਿਆ ਹੁਣ ਜੇ ਦੇਖੋ ਤੇ ਕਹਿੰਦਾ ਜੀ ਫਰਕ ਇਹ ਹੋ ਗਿਆ ਕਿ ਡਿਊਰਿੰਗ ਦ ਰਨਿੰਗ ਸਟੇਟ ਉਹ ਤਾਂ ਲਿਖਣ ਵਾਲਾ ਕੁਝ ਨਹੀਂ ਹੈਗਾ ਲਿਖਣ ਵੇਲੇ ਤੁਸੀਂ ਇਹੀ ਫੋਰਸਿਸ ਨੂੰ ਇਨ ਵਰਡ ਲਿਖ ਦਿੰਦੇ ਕਹਿੰਦਾ ਜੀ ਜਦੋਂ ਮੈਂ ਐਫ ਫੋਰਸ ਨੂੰ ਰਿਜ਼ੋਲਵ ਕਰਕੇ ਦੇ ਦੋ ਕੰਪੋਨੈਂਟ ਬਣਾਏ ਐਫ sin ਥੀਟਾ ਤੇ r2 ਹਨਾ ਇਹ ਦੋਨੋਂ ਮਿਲ ਕੇ ਉਸ ਸਿਸਟਮ ਜਦੋਂ ਭੱਜਦਾ ਪਿਆ ਵਾ ਹਾਰਸ ਐਂਡ ਕਾਰਟ ਸਿਸਟਮ ਜਦੋਂ ਮੋਸ਼ਨ 'ਚ ਹੈਗਾ ਤੇ ਡਿਊਰਿੰਗ ਮੋਸ਼ਨ ਐਫ sin ਥੀਟਾ along with the r2 they will balance the ਕਹਿੰਦਾ ਜੀ weight of the horse whereas f cos theta ਜਿਹੜੀ ਮੇਰੀ ਫੋਰਸ ਆ ਹਨਾ ਇਹਦੇ ਬੈਕਵਰਡ ਤੇ ਕੋਈ ਫੋਰਸ ਨਹੀਂ ਸਿਰਫ ਇੱਕ ਆ ਰਹੀ ਹੈ ਜਿਹੜੀ ਹਾਰਸ ਔਰ ਕਾਰਟ ਨੂੰ ਬੰਨਣ ਵਾਲੀ ਰੱਸੀ ਆ ਸਟ੍ਰਿੰਗ ਵਾ
ਇਸ ਸਟ੍ਰਿੰਗ ਦੇ ਅੰਦਰ ਜਿਹੜੀ ਟੈਂਸ਼ਨ ਹੋਏਗੀ ਉਹ ਆਪਸ ਚ ਇੱਕ ਦੂਜੇ ਨਾਲ ਬੈਲੈਂਸ ਹੋ। ਜਿੰਨੀ ਹਾਰਸ ਨੇ ਕਾਟ ਤੇ ਠੀਕ ਹੈ ਜੀ ਅੱਗੇ ਨੂੰ ਟੈਂਸ਼ਨ ਬਿਲਡਅਪ ਕੀਤੀ ਉਨੀ ਕਾਟ ਨੇ ਬੈਕਵਰਡ ਕਰ ਲਈ, ਕਿਉਂਕਿ ਜਦੋਂ ਕਾਟ ਤੇ ਹਾਰਸ ਮੂਵ ਕਰਦਾ ਤੇ ਜਿਹੜੀ ਵਿੱਚ ਅਸੀਂ ਕਹਿੰਦੇ ਸਟ੍ਰਿੰਗ ਆ ਗਈ ਹਨਾ, ਉਹਦੇ ਕਰਕੇ ਨਾ ਤਾਂ ਕਾਟ ਹਾਰਸ ਦੇ ਨਾਲ ਆ ਕੇ ਜੁੜਦੀ ਹੈ ਤੇ ਨਾ ਹੀ ਹਾਰਸ ਜਿਹੜਾ ਕਾਟ ਦੇ ਨਾਲ ਪਿੱਛੇ ਜਾ ਕੇ ਜੁੜਦਾ। ਜਿੰਨੇ ਗੈਪ ਤੇ ਹੈਗੇ ਆ ਉਹ ਗੈਪ ਹਰ ਵੇਲੇ ਓਨਾ ਹੀ ਬਣਿਆ ਰਹਿੰਦਾ। हाँ जी सर। सर पर सर मेरा सर एक डाउट है। ਹਾਂਜੀ तुमने आगे समझाया कि काट मतलब रस्ते में बैकपुल किधर आ रही है। ਹਾਂ ਤੁਸੀਂ ਕਿਹਾ ਨਾ ਜਿਹੜਾ ਕਾਟ ਆ ਜਿਹੜਾ ਹੋਸ਼ ਨਾਲ ਬਣਿਆ ਹੋਇਆ ਉਹ ਰੱਸੀ ਤੇ ਬੈਕ ਪੁੱਲ ਆ ਰਿਹਾ ਵਾ, ਤੇ ਫਿਰ ਉਹ ਕਿੱਦਾਂ ਲਾਊਗਾ ਸਰ ਬੈਕ ਤੋਂ? ਸਮਝ ਨਹੀਂ ਆਇਆ ਉਹ। ਓਏ ਆਪਾਂ ਇਹ ਕਿਹਾ ਕਿ ਜੇ ਆ ਦੇਖ ਨਾ, ਜਿੱਦਾਂ ਹੁਣ ਮੰਨ ਲਓ ਆ ਮੇਰੇ ਕੋਲ ਕੋਈ ਐਸਾ ਅਸੀਂ ਲੈ ਲੈਂਦੇ ਕਿ ਆ ਮੇਰੇ ਕੋਲ ਕੋਈ ਸਪੋਰਟ ਆ, ਇਹਦੇ ਨਾਲ ਮੈਂ ਇੱਥੇ weight ਅਟੈਚ ਕਰ ਦਵਾਂ। ਹੁਣ ਜੇ ਇੱਥੇ weight ਹੋਏਗਾ, weight ਇਹਦਾ ਵਰਟੀਕਲ ਡਾਊਨਵਰਡ ਆ ਗਿਆ, ਠੀਕ ਹੈ। ਆ ਰੱਸੀ 'ਚ ਕੀ ਹੋਏਗਾ, ਸਟ੍ਰਿੰਗ 'ਚ ਕੀ ਹੋਏਗਾ, ਟੈਨਸ਼ਨ ਟੈਂਸ਼ਨ ਆਏਗੀ ਨਾ। ਅਸੀਂ ਕਹਿੰਦੇ ਜੀ ਸਟ੍ਰਿੰਗ 'ਚ ਜਿਹੜੀ ਟੈਂਸ਼ਨ ਆ, ਜੇ ਉਹ ਟੈਂਸ਼ਨ ਨੇ ਐਸਾ ਚ ਇਸ ਬਲੌਕ ਤੇ ਐਕਟ ਜਦੋਂ ਕਰਨਾ, ਠੀਕ ਆ, ਜੇ ਉਹ ਵੀ ਟੈਂਸ਼ਨ ਡਾਊਨਵਰਡ ਹੁੰਦੀ ਤੇ ਫਿਰ ਓਵਰਆਲ ਟੀ ਤੇ ਐਮ ਜਦੋਂ ਦੋਨੋਂ ਡਾਊਨਵਰਡ ਲੱਗ ਗਏ, ਇਹ ਸਾਰਾ ਸਿਸਟਮ ਨੂੰ ਅਨਬੈਲੈਂਸ ਫੋਰਸ ਕਰਕੇ ਥੱਲੇ ਨੂੰ ਖਿੱਚ ਕੇ ਲੈ ਜਾਓ। ਯੈਸ ਸਰ। ਤੇ ਜੇ ਇਹ ਐਸਾ ਚ ਬਲੌਕ ਇਹਦੇ ਨਾਲ ਅਟੈਚ ਕਰਨ ਤੋਂ ਬਾਅਦ ਇਹ ਸਿਸਟਮ ਇਦਾਂ ਹੀ ਹੈਂਗਿੰਗ ਸਟੇਟ 'ਚ ਰਹਿ ਰਿਹਾ, ਇਹ ਇਹਦੇ ਰੈਸਟ ਦੀ ਸਟੇਟ 'ਚ ਰਹਿ ਰਿਹਾ, ਤੇ ਇਹਦਾ ਮਤਲਬ ਟੈਂਸ਼ਨ ਇਸ weight ਨਾਲ ਬੈਲੈਂਸ ਹੁੰਦੀ ਹੋਊਗੀ। ਹਾਂਜੀ ਸਰ ਹਾਂਜੀ। ਇਹ ਹੋ ਗਿਆ ਵਰਟੀਕਲ ਚ, ਜਿੱਥੇ weight ਜਿਹੜਾ ਉਹ ਟੈਂਸ਼ਨ ਨਾਲ ਬੈਲੈਂਸ ਹੋਇਆ। ਹੌਰੀਜ਼ੌਨਟਲ ਡਾਇਰੈਕਸ਼ਨ ਦੇ ਅੰਦਰ ਜਿਹੜਾ ਕਾਟ ਤੇ ਹਾਰਸ ਆ ਹਨਾ, ਇਹ ਦੋਨੋਂ ਜਿਹੜੇ ਸਟ੍ਰਿੰਗ ਨਾਲ ਵੱਜੇ ਹੋਏ ਆ, ਇਸ ਰੱਸੀ ਦੇ ਵਿੱਚ ਇਸ ਸਟ੍ਰਿੰਗ ਦੇ ਅੰਦਰ ਖਿੱਚ ਪਊਗੀ। ਯੈਸ ਸਰ ਜ਼ਿਆਦਾ ਸਰ ਠੀਕ ਹੈ। ਹਾਰਸ ਨੇ ਕਾਟ ਦੇ ਉੱਪਰ ਤੇ ਜਾਂ ਜਿੰਨੀ ਕਾਟ ਨੇ ਹਾਰਸ ਤੇ ਫੋਰਸ ਲਗਾਣੀ ਹੈ ਹਨਾ, ਹੌਰੀਜ਼ੌਨਟਲ ਡਾਇਰੈਕਸ਼ਨ ਚ, ਇਹ ਦੋਨੋਂ ਦੀਆਂ ਦੋਨੋਂ ਇੱਕ ਦੂਜੇ ਨਾਲ ਆਪਸ ਵਿੱਚ ਬੈਲੈਂਸ ਹੋਣਗੀਆਂ। Yes, sir. ਤੇ ਜੇ ਯੈਸ ਸਰ। ਇਸ ਮੂਵਮੈਂਟ ਤੇ ਲਵਾਂ ਤੇ f cos ਥੀਟਾ ਮੇਰੀ ਉਹ ਹੌਰੀਜ਼ੌਨਟਲ ਫੋਰਸ ਆ ਜਿਹੜੀ ਇਸ ਪੂਰੇ ਦੇ ਪੂਰੇ ਸਿਸਟਮ ਨੂੰ ਫਾਰਵਰਡ ਖਿੱਚ ਕੇ ਲੈ ਕੇ ਜਾ ਰਹੀ ਹੈ, ਪ੍ਰੋਵਾਈਡਡ ਇਹ ਚ ਕੰਡੀਸ਼ਨ ਇੱਕ ਦੇ ਦੇਣੇ, ਇੱਥੇ ਦਿਖਾ ਦਿਓ ਫ੍ਰਿਕਸ਼ਨਲ ਫੋਰਸ, ਇੱਥੇ ਦਿਖਾ ਦਿਓ ਫ੍ਰਿਕਸ਼ਨਲ ਫੋਰਸ। ਜਿਹਦਾ ਕਨਸੈਪਟ ਜੇ ਆਪਾਂ ਸ਼ੁਰੂ ਕਰਨਾ ਵਾ, ਆਪਾਂ ਜਨਰਲ ਉਧਰ ਲੈ ਰਹੇ ਕਿ ਜੇਕਰ ਐਸਐਚ ਤੇ ਅਸੀਂ ਲਈਏ ਕਿ ਗਰਾਊਂਡ ਤੇ ਵੀਲ ਦੇ ਵਿੱਚ ਫ੍ਰਿਕਸ਼ਨਲ ਫੋਰਸ ਵੀ ਆ, ਤੇ ਬੇਟਾ ਜੇ ਆ ਪੂਰਾ ਸਿਸਟਮ ਫਾਰਵਰਡ ਮੂਵ ਕਰਦਾ ਜਾਏਗਾ ਤੇ ਇਟ ਮੀਨਸ f cos theta it should be greater than force of friction। Yes, ਯੈਸ sir. ਸਰ। ਜੋ ਮੈਂ ਬੋਲਿਆ ਵਾ ਉਹ ਤੁਸੀਂ ਥਿਊਰੀ ਚ ਨਾਲ ਇਹਦੇ ਲਿਖਦੇ ਹੋ, ਠੀਕ ਹੈ, ਤੇ ਤੁਹਾਡਾ ਹਾਰਸ ਐਂਡ ਕਾਰਟ ਪ੍ਰੋਬਲਮ ਵਾਲਾ ਟੌਪਿਕ ਕੰਪਲੀਟ ਹੁੰਦਾ। ਠੀਕ ਹੈ, ਆਪਾਂ ਇੱਥੇ ਕਿਹਾ ਸਿਸਟਮ, ਲਾਸਟ ਲਾਈਨ ਲਿਖ ਰਹੇ ਹਾਂ, ਸਿਸਟਮ ਵਿਲ ਮੂਵ ਇਨ ਫਾਰਵਰਡ ਡਾਇਰੈਕਸ਼ਨ, system will move in forward direction if f cos theta it should be greater than force of friction। ਜੇ f cos theta force of friction ਤੋਂ greater ਹੋਏਗਾ, only then the whole system will move in the forward direction। क्या इतनी गल क्लियर हुई? ਯੈਸ ਸਰ। Yes, sir. ਇਹਦਾ ਮਤਲਬ ਇਹ ਹੈ ਜੇ ਮਤਲਬ ਕਾਟ ਦਾ ਭਾਰ ਜ਼ਿਆਦਾ ਵਾ ਫਿਰ ਮਤਲਬ ਬੈਕ ਫੋਰਸ ਜ਼ਿਆਦਾ ਲੱਗੂਗੀ। ਕਿਦਾਂ? ਫਿਰ ਮਤਲਬ ਜਿੱਦਾਂ ਜਿਹੜਾ ਆਪਣਾ ਜੇ ਆਪਣਾ ਐਫ ਜ਼ਿਆਦਾ ਹੋ ਗਿਆ, ਕਿਹੜਾ ਮਤਲਬ ਜਿਹੜਾ force ਐਫ ਸਰ ਮਤਲਬ ਹਾਂਜੀ ਜੀ ਫੋਰਸ ਆਫ ਫ੍ਰਿਕਸ਼ਨ ਸਰ। ਚਲੋ ਸੁਣੋ ਫਿਰ, ਮਤਲਬ ਛੱਡ ਦੇ ਹੁਣ, ਬਸ ਗੱਲ ਖਤਮ ਕਰ। ਆ ਮੇਰੇ ਕੋਲ ਇੱਥੇ ਇੱਕ ਬਲੌਕ ਪਿਆ ਵਾ, ਠੀਕ ਹੈ ਜੀ, ਨਿਊਟਨ ਦੇ ਲਾਅ ਦੇ ਅਕੋਰਡਿੰਗਲੀ ਗੱਲ ਕਰਨ ਲੱਗਿਆ। ਇਸ ਵੇਲੇ ਇਸ ਬਲੌਕ ਤੇ ਹੱਥ ਦੇ ਸਿਸਟਮ 'ਚ ਕੋਈ ਫੋਰਸ ਹੈਗੀ ਕਿ ਨਹੀਂ ਹੈਗੀ? ਹੈਗੀ ਹੈ ਸਰ। ਸਾਰੇ ਨਾਲ ਹੈਗੀ ਹੈ। ਕਰ ਰਹੇ ਆ, ਸਾਰੇ ਜਣੇ ਇਸ ਚੀਜ਼ ਤੇ ਰਿਸਪੌਂਡ ਕਰੋਗੇ। ਇਸ ਵੇਲੇ ਇੱਥੇ ਕਿਹੜੀ ਕਿਹੜੀ ਫੋਰਸ ਲਾਈ ਕਰ ਰਹੀ? ਸਰ ਗ੍ਰੈਵਿਟੇਸ਼ਨ। ਬਿਲਕੁਲ, ਇਹਦੀ ਗ੍ਰੈਵਿਟੇਸ਼ਨਲ ਫੋਰਸ ਯਾਨੀ weight ਡਾਊਨਵਰਡ ਹੋ ਗਿਆ, ਰਿਐਕਸ਼ਨਲ ਫੋਰਸ ਅਪਵਰਡ ਹੋ ਗਈ, ਉਹ ਬੈਲੈਂਸ ਸਟੇਟ 'ਚ ਹੈਗੀਆਂ। Yes, sir. ਯੈਸ ਸਰ। Yes, sir. ਮੈਂ ਹੁਣ ਇਸ ਦੇ ਉੱਤੇ ਇੱਕ ਅਨਬੈਲੈਂਸ ਫੋਰਸ ਲਗਾ ਰਿਹਾ ਆ ਥਾਂ ਤੋਂ, ਪੈਨ ਦੇ ਨਾਲ ਮੈਂ ਇਸ ਬਲੌਕ ਤੇ ਫੋਰਸ ਲਾਈ ਹੈ ਇਸ ਵੇਲੇ 1 ਨਿਊਟਨ ਦੀ, ਪਰ ਮੈਂ ਨੋਟਿਸ ਕੀਤਾ ਕਿ ਵੀ ਇਹ ਬਾਡੀ ਮੇਰੀ ਤੁਰੀ ਨਹੀਂ ਅੱਗੇ ਨੂੰ। ਕਿਉਂ ਨਹੀਂ ਤੁਰੀ ਹੋਏਗੀ? ਸਰ ਦੀ ਮਤਲਬ ਫ੍ਰਿਕਸ਼ਨਲ ਫੋਰਸ ਜ਼ਿਆਦਾ 1 ਨਿਊਟਨ ਤੋਂ। ਚਲੋ ਤੇਰੇ ਵਾਲਾ ਵਰਡ ਲੈ ਲੈਣਾ, ਫ੍ਰਿਕਸ਼ਨਲ ਫੋਰਸ ਜ਼ਿਆਦਾ ਵਾ, ਤੇ ਜੇ ਫ੍ਰਿਕਸ਼ਨਲ ਫੋਰਸ ਇਧਰੋਂ ਜ਼ਿਆਦਾ ਲੱਗੀ
ठीक है, इधरों 1 न्यूटन है, मान लो फ्रिक्शनल फोर्स 5 न्यूटन आ ते इस वेले 5 बैकवर्ड लग रही 1 फॉरवर्ड, फिर जिहड़ी 4 न्यूटन का डिफरेंस आ ਉਹਦੇ ਨਾਲ ਇਹ सिस्टम ਪਿੱਛੇ ਨੂੰ ਜਾਣਾ ਚਾਹੀਦਾ ਸੀ, Yes, sir. ਹਾਂਜੀ ਸਰ Yes, sir. ਜਾ ਹੀ ਨਹੀਂ ਰਿਹਾ। ਇਹ ਬੋਡੀ ਜਿੱਥੇ ਪਈ ਆ ਉੱਥੇ ਦੀ ਉੱਥੇ ਪਈ ਆ, ਫਿਰ ਪਿੱਛੇ ਕਿਉਂ ਨਹੀਂ ਜਾ ਰਿਹਾ? ਜੇ ਫ੍ਰਿਕਸ਼ਨਲ ਫੋਰਸ ਮੇਰੀ ਅਪਲਾਈਡ ਫੋਰਸ ਨਾਲੋਂ ਗ੍ਰੇਟਰ ਆ ਤੇ ਫਿਰ ਇਹ ਸਿਸਟਮ ਬੈਕਵਰਡ ਜਾਣਾ ਚਾਹੀਦਾ, ਬੈਕ ਜਾ ਨਹੀਂ ਰਿਹਾ, ਕਿਉਂ ਨਹੀਂ ਜਾ ਰਿਹਾ? Sir, mass ਜ਼ਿਆਦਾ ਹੈ। ਨਹੀਂ, ਹੁਣ ਆਪਾਂ ਫਿਰ ਨਿਊਟਨ ਦਾ ਫਰਸਟ ਲਾਅ ਸੋਚੋ। ਨਿਊਟਨ ਦਾ ਫਰਸਟ ਲਾਅ ਇਹ ਕਿਹਾ ਸੀ, ਜਦੋਂ ਤੱਕ ਬੋਡੀ ਤੇ ਕੋਈ ਐਕਸਟਰਨਲ ਫੋਰਸ ਨਹੀਂ ਲੱਗੂਗੀ ਉਦੋਂ ਤੱਕ ਬੋਡੀ ਰੈਸਟ ਵਿੱਚ ਆ ਤੇ ਰੈਸਟ ਵਿੱਚ ਰਹੂ। ਤੇ ਇਸ ਵੇਲੇ ਤਾਂ ਤੁਸੀਂ ਕਹਿ ਰਹੇ ਹੋ ਕਿ ਵੀ ਫ੍ਰਿਕਸ਼ਨਲ ਫੋਰਸ 5 ਨਿਊਟਨ, ਅਪਲਾਈਡ ਫੋਰਸ 1 ਨਿਊਟਨ, ਡਿਫਰੈਂਸ ਆ ਗਿਆ 4 ਨਿਊਟਨ, ਤੇ ਫਿਰ 4 ਨਿਊਟਨ ਦੇ ਅਕੋਰਡਿੰਗਲੀ ਬੋਡੀ ਮੂਵ ਕਰਨੀ ਚਾਹੀਦੀ ਆ, ਠੀਕ ਆ। ਪਰ ਜੇ ਬੋਡੀ ਮੂਵ ਨਹੀਂ ਕਰ ਰਹੀ, ਜਿਹੜੀ ਕਿ ਨਹੀਂ ਕਰੇਗੀ, ਤੇ ਉਹਦਾ ਇਹ ਕਿਤੇ ਮਤਲਬ ਨਹੀਂ ਫ੍ਰਿਕਸ਼ਨਲ ਫੋਰਸ ਜ਼ਿਆਦਾ। ਬੇਟਾ ਲਾਈਨ ਦਿਮਾਗ 'ਚ ਰੱਖਿਓ, ਜੇ ਫ੍ਰਿਕਸ਼ਨਲ ਫੋਰਸ ਤੁਹਾਡੀ ਅਪਲਾਈਡ ਤੋਂ ਜ਼ਿਆਦਾ ਹੋ ਗਈ, ਜੇ ਫ੍ਰਿਕਸ਼ਨਲ ਫੋਰਸ ਅਪਲਾਈਡ ਤੋਂ ਜ਼ਿਆਦਾ ਹੋ ਗਈ ਤੇ ਇਹਨੇ ਫਿਰ ਇਸ ਸਿਸਟਮ ਨੂੰ ਬੈਕ ਲੈ ਕੇ ਜਾਣਾ। ਇਹਦੇ ਨਾਲ ਬੋਡੀ ਤੇ ਅਨਬੈਲੈਂਸ ਫੋਰਸ ਆ, ਤੇ ਅਨਬੈਲੈਂਸ ਫੋਰਸ ਹਮੇਸ਼ਾ ਹੀ ਬੋਡੀ ਦੇ ਅੰਦਰ ਨਿਊਟਨ ਸੈਕਿੰਡ ਲਾਅ ਬਣਾ ਦਿੰਦੀ। ਨਿਊਟਨ ਦਾ ਸੈਕਿੰਡ ਲਾਅ ਕਹਿੰਦਾ ਐਕਸਲਰੇਟਿਡ ਮੋਸ਼ਨ ਆਲਵੇਜ਼ ਡਿਊ ਟੂ ਐਕਸਟਰਨਲ ਫੋਰਸ। ਤੇ ਤੁਸੀਂ ਤੇ ਇਸ ਵੇਲੇ ਇਸ ਬੋਡੀ ਤੇ ਐਕਸਟਰਨਲ ਫੋਰਸ ਲਾਈ ਹੋਈ ਆ, ਤੇ ਜੇ ਐਕਸਟਰਨਲ ਫੋਰਸ ਲੱਗਦੀ ਪਈ ਤੇ ਫਿਰ ਬੋਡੀ 'ਚ ਐਕਸਲਰੇਸ਼ਨ ਆਣੀ ਚਾਹੀਦੀ ਆ। ਜੇ ਨਹੀਂ ਆ ਰਹੀ ਤੇ ਕਿਉਂ ਨਹੀਂ ਆ ਰਹੀ? ਉਹ ਕਹਿੰਦਾ ਕਿਸੇ ਵੀ ਮੂਵਮੈਂਟ ਤੇ, ਲਾਈਨ ਇੰਪੋਰਟੈਂਟ ਹੈ ਜਦੋਂ ਬੋਲਣ ਲੱਗਿਆ, ਕਿਸੇ ਵੀ ਮੂਵਮੈਂਟ ਤੇ ਤੁਹਾਡੀ ਫ੍ਰਿਕਸ਼ਨਲ ਫੋਰਸ ਇਟ ਨੈਵਰ ਟੂ ਬੀ ਗ੍ਰੇਟਰ ਦੈਨ ਦਾ ਅਪਲਾਈਡ ਫੋਰਸ। ਜਦੋਂ ਆ ਬੋਡੀ ਤੇ ਮੈਂ 1 ਨਿਊਟਨ ਲਾਈਏ ਨਾ, ਇਧਰੋਂ ਮੈਂ 1 ਨਿਊਟਨ ਲਾਈ ਇਹਨੂੰ ਮੂਵ ਕਰਾਉਣ ਲਈ, ਇਧਰੋਂ ਵੀ ਫ੍ਰਿਕਸ਼ਨਲ ਫੋਰਸ, ਯਾਨੀ ਫ੍ਰਿਕਸ਼ਨਲ ਫੋਰਸ ਅਸਲ 'ਚ ਕਿੱਥੇ ਆ? ਇਧਰ ਨਹੀਂ ਹੈਗੀ। ਫ੍ਰਿਕਸ਼ਨਲ ਫੋਰਸ ਹਮੇਸ਼ਾ ਆ ਦੋ ਸਰਫੇਸ ਜਿਹੜੀਆਂ ਕੰਟੈਕਟ 'ਚ ਨਾ, ਇੱਥੇ ਦੇ ਮੋਲੀਕਿਊਲ 'ਚ ਬਣਦੀ ਆ, ਇੱਥੇ ਬੌਂਡਿੰਗ ਹੁੰਦੀ ਆ, ਉਹ ਫ੍ਰਿਕਸ਼ਨਲ ਫੋਰਸ ਬਣਾਉਂਦੀ ਆ। ਤੇ ਉਹ ਫ੍ਰਿਕਸ਼ਨਲ ਫੋਰਸ ਜਿਹੜੀ ਮੇਰੀ ਐਸਐਚ ਇਸ ਪੁਆਇੰਟ ਤੇ ਬੈਕਵਰਡ ਲੱਗਣੀ ਆ, ਉਹਦੀ ਸਟਰੈਂਥ ਇਸ ਵੇਲੇ ਤੁਹਾਡੀ ਅਪਲਾਈਡ ਫੋਰਸ ਦੇ 1 ਨਿਊਟਨ ਦੇ ਬਰਾਬਰ। ਜੇ ਤੁਹਾਡੀ 1 ਨਿਊਟਨ ਫੋਰਸ ਆ ਤੇ ਇਧਰੋਂ ਅਸੀਂ ਕਹਿ ਦਿੰਦੇ ਫ੍ਰਿਕਸ਼ਨਲ ਫੋਰਸ ਵੀ ਜਿਹੜੀ ਇੱਥੇ ਥੱਲੇ ਸਰਫੇਸ ਦੇ ਵਿੱਚ ਬਣਨੀ ਆ ਬੈਕਵਰਡ ਡਾਇਰੈਕਸ਼ਨ 'ਚ, ਉਹ ਵੀ 1 ਨਿਊਟਨ, ਤੇ ਨੈਟ ਫੋਰਸ ਇਸ ਬੋਡੀ ਤੇ 0 ਹੋ ਗਈ। ਠੀਕ ਹੈ ਜੀ, ਇਸ ਲਈ ਬੋਡੀ ਮੂਵ ਨਹੀਂ ਕੀਤੀ, ਨਾ ਕਿ ਇਸ ਲਈ ਕਿ ਵੀ ਬੋਡੀ ਭਾਰੀ ਆ। ਠੀਕ ਆ, ਤੁਸੀਂ 2 ਨਿਊਟਨ 3 ਨਿਊਟਨ 4 ਨਿਊਟਨ ਫੋਰਸ ਵਧਾਉਂਦੇ ਚਲੇ ਗਏ, ਤੁਸੀਂ ਨੋਟ ਕੀਤਾ ਹਜੇ ਵੀ ਬੋਡੀ ਨਹੀਂ ਚੱਲੀ। ਇੱਕ ਪੋਜੀਸ਼ਨ 'ਚ ਆ ਕੇ ਤੁਸੀਂ ਨੋਟ ਕੀਤਾ ਬੋਡੀ ਜਸਟ ਕਹਿੰਦਾ ਜੀ ਐਟ ਦਾ ਵਰਜ ਆਫ ਮੋਸ਼ਨ। ਬੋਡੀ ਹੁਣ ਬਸ ਮਾੜੀ ਜੀ ਫੋਰਸ ਮੈਂ ਹੋਰ ਵਧਾ ਦਾਂ ਤੇ ਮੈਂ ਨੋਟ ਕੀਤਾ ਕਿ ਬੋਡੀ ਤੁਰਨੀ ਸ਼ੁਰੂ ਕਰਨ ਲੱਗੀ ਆ। ਇਹਦਾ ਮਤਲਬ ਉਦੋਂ ਤੱਕ ਬੋਡੀ ਦੇ ਉੱਤੇ ਜਿਹੜੀ ਫ੍ਰਿਕਸ਼ਨਲ ਫੋਰਸ ਹੈ ਨਾ, ਉਹ ਤੁਹਾਡੀ ਅਪਲਾਈਡ ਫੋਰਸ ਨੂੰ ਬੈਲੈਂਸ ਕਰਦੀ ਰਹੀ। ਤੇ ਜਿਹੜੇ ਇੱਕ ਲਿਮਿਟ ਤੋਂ ਬਾਅਦ ਜਾ ਕੇ ਤੁਹਾਡੀ ਅਪਲਾਈਡ ਫੋਰਸ ਜ਼ਿਆਦਾ ਹੋ ਗਈ, ਹੁਣ ਫ੍ਰਿਕਸ਼ਨਲ ਫੋਰਸ ਇੱਕ ਲਿਮਿਟ ਤੋਂ ਬਾਅਦ ਨਹੀਂ ਵਧਣੀ। ਠੀਕ ਹੈ ਜੀ, ਜਦੋਂ ਉਹ ਤੁਹਾਡੀ ਅਪਲਾਈਡ ਫੋਰਸ ਤੇ ਕਹਿੰਦਾ ਜੀ ਐਸਐਚ ਘਟ ਰਹੇਗੀ, ਠੀਕ ਹੈ, ਉਦੋਂ ਤੁਹਾਡੀ ਬੋਡੀ ਜਿਹੜੀ ਆ ਇਹ ਸਿਸਟਮ ਜਿਹੜਾ ਹੈ ਫਾਰਵਰਡ ਮੂਵ ਕਰਨਾ ਸ਼ੁਰੂ ਹੋ ਗਿਆ। ਕਿਸੇ ਵੀ ਕੇਸ ਦੇ ਅੰਦਰ ਤੁਹਾਡੀ ਫ੍ਰਿਕਸ਼ਨਲ ਫੋਰਸ ਤੁਹਾਡੀ ਅਪਲਾਈਡ ਫੋਰਸ ਤੋਂ ਜ਼ਿਆਦਾ ਨਹੀਂ ਹੋ ਸਕਦੀ। ਠੀਕ ਹੈ ਜੀ, ਵੱਧ ਤੋਂ ਵੱਧ ਫ੍ਰਿਕਸ਼ਨਲ ਫੋਰਸ ਅਪਲਾਈਡ ਫੋਰਸ ਦੇ ਇਕੁਅਲ ਹੋ ਸਕਦੀ, ਬਟ ਇਟ ਨੈਵਰ ਟੂ ਬੀ ਮੋਰ ਦੈਨ ਦੈਟ ਆਫ ਦਾ ਕਹਿੰਦਾ ਜੀ ਅਪਲਾਈਡ ਫੋਰਸ। ਇੰਨੀ ਗੱਲ ਸਮਝ ਲੱਗੀ? Yes, sir. ਯੈਸ Yes, sir. ਯੈਸ ਸਰ ਨੰਦਨ ਗੁਪਤਾ ਜੀ, ਤੰਨਿਆ ਇਹ ਕਿਤੇ ਵੀ ਨਹੀਂ ਹੈਗਾ ਕਿ ਵੀ ਜਿਹੜੀ ਐਫ cos ਥੀਟਾ ਨਾਲੋਂ ਆ ਐਫ ਜਿਹੜਾ ਜ਼ਿਆਦਾ ਹੋਗੀ। ਇਹ ਸਿਸਟਮ ਜੇ ਐਫ ਜ਼ਿਆਦਾ ਹੋਗੀ ਤੇ ਇਹਨੇ ਸਾਰੇ ਸਿਸਟਮ ਨੂੰ ਪਿੱਛੇ ਘੜੀਸਣਾ ਵਾ। ਤੇ ਪਰ ਜੇ ਮੇਰਾ ਹਾਰਸ ਐਂਡ ਕਾਰਟ ਰੈਸਟ ਦੀ ਸਟੇਟ 'ਚ ਆ ਤਾਂ ਖੜਾ ਵਾ, ਉਹ ਪਿੱਛੇ ਥੋੜਾ ਚੱਲਣਾ ਸ਼ੁਰੂ ਹੋ ਪਿਆ। ਇਹਦਾ ਮਤਲਬ ਹੋ ਗਿਆ ਕਿ ਦਿਸ ਫੋਰਸ ਆਫ ਫ੍ਰਿਕਸ਼ਨ ਇਟ ਨੈਵਰ ਟੂ ਬੀ ਮੋਰ ਦੈਨ ਦੈਟ ਆਫ ਦਾ ਐਫ cos ਥੀਟਾ ਅਪ ਟੂ ਮੈਕਸਿਮਮ। ਦਿਸ ਫੋਰਸ ਆਫ ਫ੍ਰਿਕਸ਼ਨ ਕੈਨ ਬੀ ਇਕੁਅਲ ਟੂ ਕਹਿੰਦਾ ਜੀ ਇਫ ਐਫ cos ਥੀਟਾ। ਕਲੀਅਰ ਇੰਨੀ ਗੱਲ ਸਾਰਿਆਂ ਨੂੰ? Yes, sir. ਯੈਸ ਸਰ ਉਹ ਇਹ ਸਾਰਿਆਂ ਨੂੰ ਸਮਝ ਲੱਗੀ? Yes, sir. ਯੈਸ ਸਰ Yes, sir. Yes, sir. कुछ गूंगे बच्चे नहीं बोले, Yes, sir. यस सर कुछ गूंगे बच्चे हजे भी नहीं बोले। Yes, ना sir. बोला Yes, sir. हजे भी हैगे है बच्चे। अमन sir. समझ लग गई पुत्र? अंश यस सर अंश शर्मा समझ लग गई? वो अंश शर्मा हैगा? मैं क्या समझ लग गई, तू जवाब ही नहीं दिंदा यार।
ਮੇਰਾ ਮਾਈਕ ਨਹੀਂ ਚੱਲ ਰਿਹਾ, ਮੈਂ ਉਸ ਦਾ ਪਿੱਛੇ ਬੋਲ ਰਿਹਾ ਸੀ ਹੁਣੇ, ਮੇਰਾ ਮਾਈਕ ਦੀ ਵਜ੍ਹਾ ਨਾਲ ਆਵਾਜ਼ ਨਹੀਂ। ठीक है जी, रिजवल, साहिल, उदम, स्नेहा, Yes, sir. Yes, sir. क्लियर है ना? यस सर। यस बोल पिया करो यार, तुम तो गूंगे बन के बह जाते हो हैं। चलो इथे रोकांगे, कल इसको आगे कंटिन्यू करेंगे। थैंक यू सर। Thank you, sir. ओके बच्चे।